TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆਵੇਗਾ। ਅੱਜ ਆਪਾਂ ਗੱਲਬਾਤ ਕਰਾਂਗੇ, ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਨਵੰਬਰ ਦਾ ਮਹੀਨਾ ਚੜ੍ਹ ਚੁੱਕਿਆ ਤੇ ਇਸ ਨਵੰਬਰ ਮਹੀਨੇ ਦੀ ਪਹਿਲੀ ਤਰੀਕ ਦੇ ਵਿੱਚ ਜੋ ਨਵੰਬਰ 1984 ਦੇ ਵਿੱਚ ਸਿੱਖਾਂ ਨਾਲ ਹੋਇਆ, ਉਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਇਨਸਾਫ ਨਹੀਂ, ਕੋਈ ਮਾਫੀ ਨਹੀਂ, ਕੋਈ ਪਛਤਾਵਾ ਨਹੀਂ। ਸੋ ਜਦੋਂ ਅਸੀਂ ਅੱਜ ਇੰਨੇ ਸਾਲਾਂ ਦੇ ਬਾਅਦ ਇਸ ਜਗ੍ਹਾ ਦੇ ਉੱਤੇ ਖੜੇ ਹਾਂ ਤੇ ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ ਕਿ ਅਜਿਹਾ ਵਾਪਰਿਆ ਕਿਉਂ, ਹੋਇਆ ਕਿਉਂ, ਤੇ ਇਹਦਾ ਇਨਸਾਫ ਜਿਹੜਾ ਹੈ ਉਹ ਕਿਉਂ ਨਹੀਂ ਹੁਣ ਤੱਕ ਮਿਲ ਸਕਿਆ। ਬਹੁਤ ਸਾਰੇ ਅਲੱਗ-ਅਲੱਗ ਪਲੇਟਫਾਰਮਾਂ ਦੇ ਉੱਤੇ ਜਦ ਮੈਂ ਅੱਜ ਸਵੇਰ ਤੋਂ ਸੁਣ ਰਿਹਾ ਸੀ ਤਾਂ ਬਹੁਤ ਸਾਰੇ ਸਿਆਣੇ ਹੋਸਟ ਉੱਥੇ ਜਿਹੜੀਆਂ ਗੱਲਾਂ ਕਰ ਰਹੇ ਸੀ, ਤੇ ਕਈ ਵਾਰ ਮੈਨੂੰ ਇਸ ਚੀਜ਼ ਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸ਼ਾਇਦ ਅਸੀਂ ਖੁਦ ਹੀ ਹਲੇ ਆਪਣੇ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਬੋਲਣਾ ਹੀ ਨਹੀਂ ਸਿੱਖੇ ਕਿ ਸਾਨੂੰ ਬੋਲਣਾ ਕਿਵੇਂ ਚਾਹੀਦਾ, ਸਾਨੂੰ ਡਿਲੀਵਰ ਕਿਵੇਂ ਕਰਨਾ ਚਾਹੀਦਾ, ਸਾਨੂੰ ਕਹਿਣਾ ਕੀ ਚਾਹੀਦਾ ਤੇ ਸਾਨੂੰ ਅਸੀਂ ਕਹਿ ਕੀ ਰਹੇ ਹੈਗੇ ਆ। ਬਹੁਤ ਵੱਡਾ ਸਵਾਲ ਆ। ਮੈਂ ਇਸ ਕਰਕੇ ਗੱਲ ਅੱਜ ਇੱਥੋਂ ਸ਼ੁਰੂ ਕੀਤੀ ਹੈਗੀ ਆ ਕਿ ਦਾਸਤਾਨ ਨੂੰ ਬਿਆਨ ਕਰਨ ਵਾਸਤੇ ਤੁਹਾਡੇ ਕੋਲ ਕਈ ਵਾਰੀ ਜਿਹੜੀ ਲਫ਼ਜ਼ਾਂ ਦੀ ਕਮੀ ਜਿਹੜੀ ਆ ਉਹ ਪੈ ਜਾਂਦੀ ਆ, ਤੁਹਾਨੂੰ ਅਲਫਾਜ਼ ਨਹੀਂ ਮਿਲਦੇ ਉਸ ਦਰਦਨਾਕ ਦਾਸਤਾਨ ਨੂੰ ਬਿਆਨ ਕਰਨ ਵਾਸਤੇ। ਕੁਝ ਅਜਿਹੀਆਂ ਤਸਵੀਰਾਂ ਨੇ, ਅਜਿਹਾ ਕੁਝ ਸਾਡੇ ਸਾਹਮਣੇ ਆ ਕਿ ਉਸ ਦਾਸਤਾਨ ਨੂੰ ਬਿਆਨ ਕਰਨ ਵਾਸਤੇ ਸਾਡੇ ਕੋਲ ਲਫ਼ਜ਼ਾਂ ਦੀ ਜਿਹੜੀ ਉਹ ਘਾਟ ਪੈ ਜਾਂਦੀ ਹੈਗੀ ਆ। ਪਰ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਸਾਡੇ ਜਿਹੜੇ ਲੋਕ ਡਿਲੀਵਰ ਕਰਦੇ ਨੇ ਇਹ ਚੀਜ਼ਾਂ ਨੂੰ, ਉਹ ਕਿਸ ਤਰ੍ਹਾਂ ਦੇ ਨਾਲ ਅੱਜ ਵੀ ਇੰਨੇ ਸਾਲਾਂ ਬਾਅਦ ਡਿਲੀਵਰ ਕਰਦੇ ਪਏ ਨੇ। ਅਫਸੋਸ ਇਸ ਕਰਕੇ ਹੈ ਕਿ ਸਾਨੂੰ ਖੁਦ ਹੀ ਹਲੇ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਅਸੀਂ ਇਸ ਚੀਜ਼ ਨੂੰ ਐਕਸਪਲੇਨ ਕਿਵੇਂ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ। ਅਸੀਂ ਕਿਵੇਂ ਲੋਕਾਂ ਨੂੰ ਦੱਸਣਾ ਆਪਣਾ ਦਰਦ, ਕਿਵੇਂ ਉਸ ਜਿਹੜਾ ਸਾਡਾ ਜ਼ਖਮ ਆ ਉਹ ਅੱਲਾ, ਤੇ ਉਸ ਜ਼ਖਮ ਨੂੰ ਅਸੀਂ ਲੋਕਾਂ ਤੱਕ ਕਿਵੇਂ ਪਹੁੰਚਾਉਣਾ, ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਇਸ ਟਾਈਮ ਦੇ ਉੱਤੇ ਖੜਾ ਹੋਇਆ। ਤੇ ਮੈਨੂੰ ਇਹ ਗੱਲ ਅੱਜ ਮੈਂ ਇੱਥੋਂ ਸ਼ੁਰੂ ਨਹੀਂ ਸੀ ਕਰਨਾ ਚਾਹੁੰਦਾ। ਮੈਂ ਇਸ 1 ਨਵੰਬਰ ਤੇ ਜਿਹੜੀ ਗੱਲ ਕਰਨੀ ਸੀ ਉਹ ਮੈਂ ਕਿਸੇ ਹੋਰ ਤਰੀਕੇ ਨਾਲ ਕਰਨੀ ਸੀ, ਪਰ ਮੈਨੂੰ ਅੱਜ ਇੱਥੋਂ ਇਸ ਕਰਕੇ ਗੱਲ ਸ਼ੁਰੂ ਕਰਨੀ ਪਈ ਕਿ ਠੀਕ ਆ, ਬਹੁਤ ਸਾਰੇ ਲੋਕ ਸਿਆਣੇ ਨੇ, ਸਾਡੇ ਤੋਂ ਸਾਰੇ ਹੀ ਸਿਆਣੇ ਨੇ, ਪਰ ਫਿਰ ਵੀ ਮੈਨੂੰ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਅੱਜ ਕਿ ਅਸੀਂ ਇਸ ਨਵੰਬਰ 1984 ਨੂੰ ਡਿਲੀਵਰ ਕਿਵੇਂ ਕਰਦੇ ਪਏ ਹੈਗੇ ਆ। ਸਾਡੀ ਸੋਚ ਕੀ ਆ। ਬਹੁਤ ਸਾਰੇ ਹੋਸਟ ਜਿਹੜੇ ਨੇ ਉਹ ਇੱਦਾਂ ਨਾਲ ਡਿਲੀਵਰ ਕਰਦੇ ਪਏ ਨੇ ਕਿ ਇਹਦੇ ਵਿੱਚ ਸਾਡੇ ਜਿਹੜੇ ਲੋਕ ਸੀ, ਜਾਂ ਉਸ ਸਮੇਂ ਦੇ ਸਾਡੀ ਲੀਡਰਸ਼ਿਪ ਸੀ, ਜਾਂ ਉਸ ਸਮੇਂ ਦੇ ਜਿਹੜੇ ਲੋਕ ਸੀ, ਉਹ ਸਬੂਤ ਨਹੀਂ ਦੇ ਪਾਏ। ਉਸ ਤੋਂ ਬਾਅਦ ਬਹੁਤ ਕੁਝ ਅਜਿਹਾ ਕੁਝ ਹੋਇਆ ਜਿਹਦੇ 'ਚ ਜੀ ਪੈਸੇ ਇਕੱਠੇ ਕੀਤੇ ਗਏ, ਲੋਕਾਂ ਦਾ ਕੁਝ ਨਹੀਂ ਬਣਿਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਪਰ ਜਿਹੜਾ ਅਸਲੀ ਮਸਲਾ ਸਾਨੂੰ ਕਰਨਾ ਚਾਹੀਦਾ, ਜਿਸ ਦੇ ਉੱਤੇ ਸਾਨੂੰ ਗੱਲਬਾਤ ਸੋਚਣੀ ਤੇ ਸਮਝਣੀ ਚਾਹੀਦੀ ਆ, ਉਸ ਤੋਂ ਅਸੀਂ ਕੋਹਾਂ ਦੂਰ ਬੈਠੇ ਆ। ਸਾਨੂੰ ਉਸ ਕਰਨ ਵਾਲੇ ਜਿਹੜਾ ਦੁਸ਼ਮਣ ਆ, ਜਿਨੇ ਸਭ ਕੁਝ ਕੀਤਾ ਤੇ ਕਿਉਂ ਕੀਤਾ, ਉਹ ਕਾਰਨ ਲੱਭਣ ਦੀ ਬਜਾਏ ਅਸੀਂ ਇਸ ਚੀਜ਼ ਦੇ ਉੱਤੇ ਖੜੇ ਆ ਜਾਂ ਆ ਕੇ ਕਿ ਅਸੀਂ ਹਾਲੇ ਤੱਕ ਇਹ ਮਹਿਸੂਸ ਨਹੀਂ ਕਰਦੇ ਕਿ ਅਸੀਂ ਆਪਣੀ ਗੱਲ ਨੂੰ ਕਹਿਣਾ ਕਿਵੇਂ ਆ, ਰੱਖਣਾ ਕਿਵੇਂ ਹੈਗਾ, ਅਸੀਂ ਰੱਖਣ 'ਚ ਕਿੰਨਾ ਕੁ ਕਾਮਯਾਬ ਹੋਏ ਆ। ਇਹ ਸਭ ਤੋਂ ਵੱਡਾ ਸਵਾਲ ਆ। ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਜਿਸ ਨੇ ਆਪਣੀਆਂ ਅੱਖਾਂ ਨਾਲ ਨਾ ਵੀ ਦੇਖਿਆ ਹੋਵੇ, ਪਰ ਜੇ ਤੁਸੀਂ ਚੰਗੀ ਤਰ੍ਹਾਂ ਨਾਲ ਕਿਸੇ ਚੀਜ਼ ਨੂੰ ਡਿਲੀਵਰ ਕਰਨ ਦੇ ਮਾਹਰ ਹੋ ਜਾਂ ਡਿਲੀਵਰ ਕਰ ਸਕਦੇ ਹੋ, ਜਾਂ ਉਹਨੂੰ ਉਸ ਮੰਜ਼ਰ ਨੂੰ ਤੁਸੀਂ ਆਪਣੀਆਂ ਗੱਲਾਂ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ ਬਿਆਨ ਕਰਕੇ ਉਹ ਤਸਵੀਰ ਨੂੰ ਉਹਦੇ ਅੱਗੇ ਪੇਸ਼ ਕਰ ਸਕਦੇ ਹੋ, ਤਾਂ ਅਗਲੇ ਵਾਸਤੇ ਸਮਝਣਾ ਜਿਹੜਾ ਉਹ ਬਹੁਤ ਸੌਖਾ ਹੁੰਦਾ। ਅਸੀਂ ਕਿਸੇ ਨੂੰ ਤਾਂ ਕੀ ਸਮਝਾ ਪਾਉਣਾ, ਅਸੀਂ ਆਪਣੀਆਂ ਅਗਲੀਆਂ
ਜਨਰੇਸ਼ਨਾਂ ਨੂੰ ਤਾਂ ਕਰਕੇ ਨਹੀਂ ਸਮਝਾ ਪਾਏ ਕਿ ਸਾਨੂੰ ਖੁਦ ਹੀ ਜਿਹੜੇ ਲਫ਼ਜ਼ ਨੇ ਉਹ ਲੋਕਾਂ ਤੋਂ ਉਧਾਰੇ ਲੈਣੇ ਪੈ ਰਹੇ ਨੇ। ਜੋ ਉਸ ਸਮੇਂ ਦੀ ਸਰਕਾਰ ਨੇ ਲਫ਼ਜ਼ ਘੜੇ ਜਾਂ ਸਾਨੂੰ ਦਿੱਤੇ ਗਏ, ਚਾਹੇ ਉਹ ਪ੍ਰਿੰਟ ਮੀਡੀਆ ਸੀ ਜਾਂ ਥੋੜਾ ਬਹੁਤ ਜਿਹੜਾ ਉਹਨਾਂ ਦਾ ਦੂਸਰਾ ਮੀਡੀਆ ਸੀ ਉਹਨੇ ਦਿੱਤਾ, ਤੇ ਬਾਅਦ ਵਿੱਚ ਆਉਣ ਵਾਲੀਆਂ ਨਵੰਬਰ 1984 ਤੇ ਜਿਹੜੀਆਂ ਉਹਨਾਂ ਉਸ ਦੇਸ਼ ਦੇ ਉਹਨਾਂ ਰਾਈਟਰਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਸੀ, ਜਿਨ੍ਹਾਂ ਦੇ ਵਿੱਚ ਅਜਿਹਾ ਕੁਝ ਲਿਖਿਆ ਗਿਆ ਕਿ ਜਿਹਦੇ 'ਚ ਸ਼ਬਦਾਂ ਦੀ ਇੰਨੀ ਹੇਰ-ਫੇਰ ਕੀਤੀ ਗਈ ਕਿ ਅੱਜ ਸਾਡੇ ਪੀੜ੍ਹੀ ਦੇ ਲੋਕ, ਨਵੀਂ ਪੀੜ੍ਹੀ ਦੇ ਲੋਕ ਇਸ ਗੱਲ ਤੋਂ ਕਨਫਿਊਜ਼ ਨੇ ਕਿ ਅਸਲ ਵਿੱਚ ਸਿਰਫ ਇੰਨੀ ਕੀ ਗੱਲ ਉਹਨਾਂ ਨੂੰ ਸਮਝ ਆਉਂਦੀ ਆ ਕਿ ਦੋ ਸਿੱਖਾਂ ਜਿਹੜੇ ਬਾਡੀਗਾਰਡ ਸੀ ਇੰਦਰਾ ਗਾਂਧੀ ਦੇ, ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਸੀ ਉਹ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਸਿੱਖਾਂ ਦੇ ਉੱਤੇ ਤਸ਼ੱਦਦ ਹੋ ਗਿਆ। ਇੰਨੀ ਕੁ ਗੱਲ ਜਿਹੜੀ ਆ ਉਹ ਬਸ ਸਮਝ ਆਉਂਦੀ ਹੈਗੀ ਆ। ਜੇ ਇੰਨੀ ਕੀ ਗੱਲ ਜਿਹੜੀ ਆ ਉਹ ਸੀਗੀ ਤੇ ਐਡਾ ਵੱਡਾ ਕਤਲੇਆਮ ਹੋ ਨਹੀਂ ਸੀ ਸਕਦਾ, ਨਸਲਕੁਸ਼ੀ ਹੋ ਨਹੀਂ ਸੀ ਸਕਦੀ। ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਤੁਸੀਂ ਇਹ ਨਹੀਂ ਦੇਖਿਆ ਹੋਣਾ ਕਿ ਕਿਸੇ ਦੀ ਮਾਂ ਨੂੰ ਕਤਲ ਕਰ ਦਿੱਤਾ ਹੋਵੇ, ਚਾਹੇ ਕੋਈ ਕਿੱਡਾ ਵੀ ਤਾਕਤਵਰ ਹੋਵੇ, ਤੇ ਸਮੂਹਿਕ ਇੱਕ ਬਹੁਤ ਗਿਣਤੀ ਦੇ ਲੋਕ ਜਿਹੜੇ ਨੇ ਉਹ ਦੂਜੀ ਜਿਹੜੀ ਵਸਦੀ ਹੋਈ ਨਾਲ ਦੂਜੀ ਗਿਣਤੀ ਆ, ਚਾਹੇ ਉਹ ਮਿਨੋਰਟੀਜ਼ ਦੇ ਵਿੱਚ ਹੋਵੇ, ਉਹਨਾਂ ਦੇ ਉੱਤੇ ਐਡਾ ਵੱਡਾ ਤਸ਼ੱਦਦ ਜਿਹੜਾ ਉਹ ਕੀਤਾ ਹੋਵੇ। ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਅਫਸੋਸ ਨਾ ਹੋਵੇ, ਉਹਨਾਂ ਨੂੰ ਇਸ ਗੱਲ ਦਾ ਕਦੀ ਕੋਈ ਅਫਸੋਸ ਕਦੀ ਲੱਗਿਆ ਹੀ ਨਾ ਹੋਵੇ, ਚਾਹੇ ਮੌਕੇ ਦੀ ਵਜ਼ਾਰਤ ਹੋਵੇ ਜਾਂ ਉੱਥੇ ਆਪੋਜੀਸ਼ਨ 'ਚ ਬੈਠੀ ਹੋਵੇ, ਜਾਂ ਖੱਬੇ ਪੱਖੀ ਹੋਣ ਜਾਂ ਸੱਜੇ ਪੱਖੀ ਹੋਣ, ਜਾਂ ਉਸ ਦੇਸ਼ ਦੇ ਵਸਦੇ ਹੋਏ ਬਾਕੀ ਜਿਹੜੀਆਂ ਹਿਊਮਨ ਰਾਈਟਸ ਦੀਆਂ ਜਿਹੜੀਆਂ ਬਾਕੀ ਐਸੋਸੀਏਸ਼ਨ ਸੀ ਉਹ ਹੋਣ, ਜਾਂ ਬਾਕੀ ਅਜਿਹੇ ਲੋਕ ਹੋਣ ਜਿਨ੍ਹਾਂ ਨੇ ਪੁਰਜ਼ੋਰ ਇਸ ਚੀਜ਼ ਦੀ ਮੰਗ ਕੀਤੀ ਹੋਵੇ ਕਿ ਇਹ ਤੁਸੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ। ਬਹੁਤ ਸਾਲ ਇਹੀ ਚੱਲਦਾ ਰਿਹਾ ਕਿ ਇਹ ਦੰਗੇ ਨੇ। ਤੇ ਮਾਫ ਕਰਨਾ, ਮੈਂ ਤਾਂ ਹੋਸਟ ਦੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੋਸਟ ਅੱਜ ਸਵੇਰ ਤੋਂ ਇਹੀ ਗੱਲ ਕਹਿੰਦੇ ਰਹੇ ਆ ਰਹੇ ਨੇ ਕਿ ਇਹ ਜਿਹੜੇ ਸੀਗੇ ਇਹ ਦਿੱਲੀ ਦੰਗੇ ਨੇ। ਇਸ ਕਰਕੇ ਮੈਨੂੰ ਬਹੁਤ ਵੱਡਾ ਅਫਸੋਸ ਆ ਇਸ ਗੱਲ ਦਾ ਕਿ ਸਾਡੇ ਵੀ ਕੁਝ ਪਗੜੀਧਾਰੀ ਹੋਸਟ, ਕੁਝ ਰੇਡੀਓ ਸਟੇਸ਼ਨਾਂ ਤੇ ਬੈਠੇ ਹੋਏ, ਕੁਝ ਟੀਵੀ ਸਟੇਸ਼ਨਾਂ ਤੇ ਬੈਠੇ ਹੋਏ, ਕੁਝ ਸੋਸ਼ਲ ਮੀਡੀਆ ਤੇ ਬੈਠੇ ਹੋਏ ਇਹਨਾਂ ਨੂੰ ਦੰਗਿਆਂ ਦਾ ਨਾਂ ਦੇ ਰਹੇ ਨੇ। ਤੇ ਮੈਨੂੰ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਸ਼ਾਇਦ ਉਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਕਿ ਜਾਂ ਉਹ ਇਹ ਚੀਜ਼ ਨੂੰ ਪੜ੍ਹਿਆ ਨਹੀਂ ਉਹਨਾਂ ਨੇ, ਜਾਂ ਉਹਨਾਂ ਨੇ ਵਿਚਾਰਿਆ ਨਹੀਂ ਕਿ ਇਹ ਵਾਕਿਆ ਹੀ ਦੰਗੇ ਸੀ ਕਿ ਜਾਂ ਇਹ ਸਿੱਖ ਨਸਲਕੁਸ਼ੀ ਸੀ। ਇਹ ਸਵਾਲ ਬਹੁਤ ਵੱਡਾ ਤੇ ਇਸ ਸਵਾਲ ਦਾ ਜਵਾਬ ਹੀ ਆਪਾਂ ਇਹਨਾਂ ਕੁਝ ਪ੍ਰੋਗਰਾਮਾਂ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਹਰ ਰੋਜ਼ ਅਸੀਂ ਹਰ ਉਸ ਪਹਿਲੂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਹਰ ਰੋਜ਼ ਅਸੀਂ ਇਸ ਦੇ ਉੱਤੇ ਕੁਝ ਦਿਨ ਗੱਲਬਾਤ ਕਰਾਂਗੇ ਕਿ ਅਸਲ ਵਿੱਚ ਹੈ ਕੀ ਆ ਤੇ ਅਸੀਂ ਸਮਝ ਕੀ ਰਹੇ ਆ, ਸਾਨੂੰ ਸਮਝਾਉਣ ਦੀ ਕੀ ਪਹਿਲਾਂ ਕੋਸ਼ਿਸ਼ ਕੀਤੀ ਗਈ ਆ ਤੇ ਅਸੀਂ ਅੱਜ ਤੱਕ ਸਮਝੇ ਕੀ ਆ। ਜੇ ਕਿਤੇ ਅੱਜ ਵੀ ਸਾਡੇ ਮੂੰਹ ਚੋਂ ਦਿੱਲੀ ਦੰਗਿਆਂ ਦਾ ਜਿਹੜਾ ਹੈ ਉਹ ਨਿਕਲਦਾ, ਸਾਡੇ ਮੂੰਹ ਤੋਂ ਇਹ ਗੱਲ ਕਿਉਂ ਨਹੀਂ ਨਿਕਲਦੀ? ਸਾਡੀ ਜਨਰੇਸ਼ਨਾਂ ਦੇ ਅੱਗੋਂ ਇਹ ਗੱਲ ਕਿਵੇਂ ਕਢਵਾਵਾਂਗੇ ਕਿ ਜਿਹੜੇ ਲੋਕ ਉਹਦੇ ਥੋੜੇ ਬਹੁਤ ਹਮਸਫਰ ਸੀ, ਜਾਂ ਉਹ ਸਮਾਂ ਉਹਨਾਂ ਨੇ ਕਿਸੇ ਕੋਲੋਂ ਸੁਣਿਆ, ਜਾਂ ਉਹਨਾਂ ਨੇ ਕਿਸੇ ਨੇ ਕੁਝ ਦੇਖਿਆ ਤੇ ਉਹ ਇਸ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਕਹਿੰਦੇ ਕਿਉਂ ਨਹੀਂ ਹੈਗੇ, ਜਾਂ ਉਹ ਆਪਣੀ ਦ੍ਰਿੜਤਾ ਦੇ ਨਾਲ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਇਹ ਦੰਗੇ ਨਹੀਂ ਸਨ, ਇਹ ਸਿੱਖ ਨਸਲਕੁਸ਼ੀ ਸੀ। ਤੇ ਵਾਕਿਆ ਹੀ ਇਹ ਇੱਕ ਸਿੱਖ ਨਸਲਕੁਸ਼ੀ ਸੀ, ਨਾ ਕਿ ਇਹ ਦੰਗੇ ਸਨ। ਦੰਗਿਆਂ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਜਿਹੜੀ ਹੈ ਉਹ ਆਪਸ ਵਿੱਚ ਦੰਗੇ ਹੁੰਦੇ ਨੇ। ਇੱਥੇ ਤਾਂ ਬਹੁਤ ਗਿਣਤੀ ਦੇ ਲੋਕ ਹਜੂਮ ਦੇ ਵਜੋਂ ਜਿਹੜਾ ਉਹ ਆ ਕੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਸਿੱਖਾਂ ਦੇ ਘਰਾਂ ਦੀ, ਉਸ ਤੋਂ ਬਾਅਦ ਉਹਨਾਂ ਨੇ ਜੋ ਉਹਨਾਂ ਕੋਲ ਅਣਮਨੁੱਖੀ ਤਸ਼ੱਦਦ ਹੋਇਆ, ਜਿਹੜਾ ਕਿ ਦੁਨੀਆ ਦੇ ਇਤਿਹਾਸ ਦੇ ਉੱਤੇ ਕਿਤੇ ਮਿਲਦਾ ਨਹੀਂ, ਕਿ ਆਪਣੇ ਹੀ ਦੇਸ਼ ਦੇ ਉਹ ਸੋ ਕਾਲਡ ਆਪਣੇ ਹੀ ਦੇਸ਼ ਦੇ ਵਾਸੀਆਂ ਦੇ ਉੱਤੇ ਐਡਾ ਵੱਡਾ ਤਸ਼ੱਦਦ ਕਿ ਜਿੰਦਿਆਂ ਨੂੰ ਸਾੜ ਦਿੱਤਾ ਹੋਵੇ, ਗਲਾਂ 'ਚ ਟਾਇਰ ਪਾ ਦਿੱਤੇ ਹੋਣ, ਬੀਬੀਆਂ ਦੀ ਪੱਤ ਲੁੱਟੀ ਗਈ ਹੋਵੇ, ਲੋਕਾਂ ਨੂੰ ਕੋਹ ਕੇ ਮਾਰਿਆ ਗਿਆ ਹੋਵੇ। ਅਜਿਹਾ ਕੁਛ ਜਿਹੜਾ ਹੈ ਉਹ ਸ਼ਾਇਦ
ਆਪਾਂ ਯਹੂਦੀਆਂ ਦੇ ਵਿੱਚ ਤਾਂ ਉਹਨਾਂ ਦੀ ਹਿਸਟਰੀ ਦੇ ਵਿੱਚ ਤਾਂ ਪੜ੍ਹਦੇ ਸੀ, ਪਰ ਭਾਰਤ ਦੇ ਵਿੱਚ ਅਜਿਹਾ ਕੁਝ ਵਾਪਰਿਆ ਤੇ ਕੁਝ ਸਾਲ ਪਹਿਲਾਂ ਵਾਪਰਿਆ ਤੇ ਸਾਨੂੰ ਹਮੇਸ਼ਾ ਇੱਕ ਚੀਜ਼ ਕਹਿਣ ਦੀ ਉਹਨਾਂ ਦੀ ਕੋਸ਼ਿਸ਼ ਰਹੀ, ਜਾਂ ਕੋਈ ਉੱਥੇ ਦਾ ਪ੍ਰਧਾਨ ਮੰਤਰੀ ਸੀ, ਜਾਂ ਕੋਈ ਉੱਥੇ ਦਾ ਗ੍ਰਹਿ ਮੰਤਰੀ ਸੀ, ਜਾਂ ਜਿਹੜੀਆਂ ਉੱਥੇ ਦੀਆਂ ਪਾਰਟੀਆਂ ਸੀ, ਈਵਨ ਦੈਨ ਕਿ ਇੱਕ ਵਾਰ ਪ੍ਰਧਾਨ ਮੰਤਰੀ ਜਿਹੜਾ ਕਿ ਸਿੱਖਾਂ ਦਾ ਪ੍ਰਧਾਨ ਮੰਤਰੀ ਕਿਹਾ ਜਾਂਦਾ ਮਨਮੋਹਨ ਸਿੰਘ, ਉਹਨੇ ਵੀ ਪਾਰਲੀਮੈਂਟ 'ਚ ਕਿਹਾ ਸੀ ਕਿ ਹੋਇਆ ਤੇ ਬੜਾ ਮਾੜਾ, ਪਰ ਸਾਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ। ਸੋ ਇਹ ਸਾਡੀ ਬਦਕਿਸਮਤੀ ਹੈ, ਇਹ ਸਾਡੇ ਲੋਕਾਂ ਦੀ ਜਿਹੜੀ ਹੈ ਸੋਚ ਦੇ ਉੱਤੇ ਇੱਕ ਪਿਆ ਹੋਇਆ ਪਰਦਾ, ਉਸ ਰਾਸ਼ਟਰਵਾਦ ਦਾ ਪਰਦਾ, ਜਿਹਦੇ ਕਰਕੇ ਅੱਜ ਸਾਨੂੰ ਲਫ਼ਜ਼ ਜਿਹੜੇ ਨੇ ਉਹ ਕਿਉਂ ਆਧਾਰੇ ਲੈਣੇ ਪੈ ਰਹੇ ਨੇ, ਕਿਉਂ ਅਸੀਂ ਅੱਜ ਉਸ ਤੋਂ ਦੰਗਿਆਂ ਤੋਂ ਨਸਲਕੁਸ਼ੀ ਤੱਕ ਨਹੀਂ ਪਹੁੰਚ ਪਾਏ, ਨਸਲਕੁਸ਼ੀ ਕਹਿਣ ਤੱਕ ਨਹੀਂ ਪਹੁੰਚ ਪਾਏ, ਕਿਉਂ? ਸਵਾਲ ਬਹੁਤ ਵੱਡਾ। ਵਕਫਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਦੁਬਾਰਾ ਆਪਾਂ ਮਿਲਦੇ ਹਾਂ ਤੇ ਅੱਗੇ ਆਪਾਂ ਪ੍ਰੋਗਰਾਮ ਨੂੰ ਵਧਾਵਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। Don't worry about the funds. You will be provided as much as you want. इस तरीके से सिखों के दिलों में उबल रही इस बात को हम हमेशा के लिए खत्म कर सकते हैं मैडम। इसके बदले में परिवार आपका ख्याल रखेगा। So we now need to find a corrupt Jat Sikh officer for the operation. Yes, we have to. Exactly. Now we can use white phosphorus. You're not dealing with a small and group of anti-Indian elements. You're dealing with Punjab. You don't know what happened with Mughals and the Britishers in Punjab. 1699 ਦੇ ਵਿੱਚ ਇਨਕਲਾਬ ਉੱਥੋਂ ਹੀ ਸ਼ੁਰੂ ਹੋਇਆ ਸੀ, ਪਰ ਇੱਧਰ ਦੇਖ ਲਓ ਪੰਜਾਬ 'ਚ ਉਸੇ ਇਨਕਲਾਬ ਨੇ ਸਾਡੀਆਂ ਜੜ੍ਹਾਂ ਨਹੀਂ ਲੱਗਣ ਦਿੱਤੀਆਂ। फ़लस्तीन मुक्ति मोर्चा और यासर अराफात की हमायत करना हमारी मजबूरी है। President Chernyenko agreed to finish the Sikh terrorism. ਇੱਕ ਵਾਰੀ ਨਾ ਜਾਪਾਨ ਅਮਰੀਕਾ ਤੇ ਹਾਵੀ ਹੋ ਗਿਆ ਸੀ। We are part of a nation's army. We have no religion. If any of you feel like your religious feelings are being hurt, then you have to leave this job. Am I understood? Yes, sir. ਵਾਹਿਗੁਰੂ ਵਾਹਿਗੁਰੂ ਕਰੋ ਤੇ ਹਥਿਆਰਾਂ ਨੂੰ ਕਰੋ ਸਾਫ਼। ਗੁਰੂ ਮਹਾਰਾਜ ਸਾਨੂੰ ਬਾਹਾਂ ਦੇ ਵਿੱਚ ਲੈਣ ਲਈ ਖੜੇ ਆ ਤੇ ਅਸੀਂ ਇਸ ਨਰਕੀ ਦੁਨੀਆ ਤੋਂ ਕੀ ਲੈਣਾ। ਦੇ ਸ਼ਿਵਾ ਬਰ ਹੋਏ ਹੈ ਸ਼ੁਭ ਕਰਮਨ ਤੇ ਕਬ ਹੋ ਨਟ। ਜੇਕਰ ਤੁਸੀਂ ਕੋਈ ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਅੱਜ ਆਪਾਂ ਗੱਲ ਨਵੰਬਰ 1984 ਦੇ ਹੋਏ ਸਿੱਖ ਕਤਲੇਆਮ ਦੇ ਬਾਰੇ ਜਿਹੜੀ ਹੈ ਉਹ ਕਰਦੇ ਪਏ ਹੈਗੇ ਆ। ਅੱਜ ਵੀ ਜਦ ਉਸ ਚੀਜ਼ ਨੂੰ ਯਾਦ ਕੀਤਾ ਜਾਂਦਾ, ਅੱਜ ਵੀ ਉਹ ਜਿਹੜੀਆਂ ਵੀਡੀਓਜ਼ ਨੇ, ਜਿਹੜੀਆਂ ਫੋਟੋਜ਼ ਨੇ, ਜਦੋਂ ਤੁਸੀਂ ਦੇਖਦੇ ਹੋ ਜਾਂ ਅਲੱਗ-ਅਲੱਗ ਇੰਟਰਵਿਊ ਜਿਹੜੀਆਂ ਲੋਕਾਂ ਦੀਆਂ ਉਸ ਸਮੇਂ ਦੀਆਂ ਪਈਆਂ ਹੋਈਆਂ ਨੇ, ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤਾਂ ਤੁਸੀਂ ਇਹ ਚੀਜ਼ ਮਹਿਸੂਸ ਕਰੋ ਕਦੀ ਚੰਗੀ ਤਰ੍ਹਾਂ ਦੇ ਨਾਲ ਕਿ ਕੀ ਅਸੀਂ ਉਸ ਦੇਸ਼ ਦੇ ਵਾਸੀ ਸੀਗੇ, ਉਸ ਦੇਸ਼ ਦੇ ਵਾਸੀ ਸੀਗੇ ਜਾਂ ਉੱਥੇ ਵਸਦੇ ਸੀ।
ਉਹ ਲੋਕ ਸਾਨੂੰ ਇਸ ਤਰ੍ਹਾਂ ਦੇ ਨਾਲ ਸਮਝਦੇ ਸੀਗੇ ਕਿ ਇਹ ਸਾਡੇ ਹੀ ਇਸ ਦੇਸ਼ ਦੇ ਵਾਸੀ ਨੇ, ਕਿ ਜਾਂ ਇਹ ਬਾਹਰੋਂ ਕੋਈ ਆਏ ਹੋਏ ਨੇ, ਜਾਂ ਇੰਨਾ ਅਣਮਨੁੱਖੀ ਤਸ਼ੱਦਦ ਜਿਹੜਾ ਹੈ ਉਹ ਕਿਵੇਂ ਹੋ ਗਿਆ। ਹੁਣ ਇੱਕ ਗੱਲ ਬੜੀ ਸਪਸ਼ਟ ਜੀ ਹੈਗੀ ਆ ਕਿ ਕਿਹਾ ਕੀ ਜਾਂਦਾ, ਕਿਵੇਂ ਸਰਕਾਰਾਂ ਤੇ ਕਿਵੇਂ ਸਟੇਟ ਜਿਹੜੀ ਆ ਉਹ ਆਪਣੇ ਲੋਕਾਂ ਨੂੰ, ਜਿਨ੍ਹਾਂ ਨੇ ਇਹ ਜ਼ੁਲਮ ਕੀਤੇ ਹੁੰਦੇ ਆ, ਉਹਨਾਂ ਨੂੰ ਕਿਵੇਂ ਬਚਾਉਂਦੀ ਆ, ਕਿਵੇਂ ਉਹਨਾਂ ਲੋਕਾਂ ਦੇ ਉੱਤੇ ਪਰਦਾ ਪਾ ਲਿਆ ਜਾਂਦਾ, ਕਿਵੇਂ ਸੰਸਾਰ ਭਰ ਦੇ ਵਿੱਚ ਇਸ ਚੀਜ਼ ਦੀ ਪਿਕਚਰ ਬਣਾਈ ਜਾਂਦੀ ਹੈਗੀ ਆ ਕਿ ਅਜਿਹਾ ਕੁਝ ਪਹਿਲਾਂ ਤੇ ਉਹ ਇਸ ਗੱਲ ਤੋਂ ਮੁਨਕਰ ਨੇ ਕਿ ਅਜਿਹਾ ਕੁਝ ਹੋਇਆ ਨਹੀਂ। ਜੇ ਹੋਇਆ ਤਾਂ ਕੀ ਕਿਹਾ ਜਾਂਦਾ ਕਿ ਕੁਝ ਪਾਗਲ ਲੋਕ ਜਾਂ ਕੁਝ ਜਾਨਵਰ ਟਾਈਪ ਦੇ ਲੋਕ ਜਿਨ੍ਹਾਂ ਨੇ ਇਹ ਜਿਹੜੀ ਆ ਉਹ ਕਾਰਵਾਈ ਕੀਤੀ, ਤੇ ਕੁਝ ਹੀ ਲੋਕ ਸੀਗੇ ਉਹ ਪਾਗਲ ਸੀਗੇ ਬਿਲਕੁਲ, ਤੇ ਉਹਨਾਂ ਨੇ ਇਹ ਕਾਰਵਾਈ ਜਿਹੜੀ ਆ ਉਹ ਪਾ ਦਿੱਤੀ ਹੈਗੀ। ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਜਿਹੜੀ ਆ ਉਹਨੂੰ ਮਾਰਿਆ ਜਾਂਦਾ, ਉਹ ਇੱਕ ਅਲੱਗ ਵਿਸ਼ਾ ਕਿ ਜੇ ਅਸੀਂ ਉਹਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਇਆ ਤੇ ਉਸ ਪਾਪਣ ਨੂੰ ਸੋਧਾ ਲਾਇਆ ਜਾਂਦਾ ਕਿ ਉਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਤੇ ਉਸ ਤੋਂ ਬਾਅਦ ਸਿੱਖਾਂ ਦੀ ਪਰੰਪਰਾ ਅਨੁਸਾਰ ਜਿੱਦਾਂ ਸਿੱਖਾਂ ਨੇ ਕਿਸੇ ਵੀ ਉਸ ਦੁਸ਼ਮਣ ਨੂੰ ਨਹੀਂ ਬਖਸ਼ਿਆ ਜਾਂ 5-6 ਮਹੀਨੇ ਤੋਂ ਉੱਤੇ ਟਾਈਮ ਪੈਣ ਨਹੀਂ ਦਿੱਤਾ ਜਿੰਨੇ ਵੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਜਿਹੜਾ ਉਹ ਕੀਤਾ ਜਾਂ ਕੋਈ ਚੜ੍ਹ ਕੇ ਆਇਆ ਹਮਲਾਵਰ। ਇਹ ਸਿੱਖਾਂ ਦੀ ਪਰੰਪਰਾ ਰਹੀ ਹੈਗੀ ਆ। ਸੋ ਉਹਦੇ ਮੁਤਾਬਕ ਉਸ ਨੂੰ ਪਾਪਣ ਨੂੰ ਸੋਧਾ ਜਿਹੜਾ ਲਾਇਆ, ਉਹਨੂੰ ਦੁਸ਼ਟਨ ਨੂੰ ਜਿਹੜਾ ਹੈ ਉਹ ਸੋਧਿਆ, ਤੇ ਉਸ ਤੋਂ ਬਾਅਦ ਉਹਦਾ ਜਿਹੜਾ ਮੁੰਡਾ ਜਿਹੜਾ ਰਾਜੀਵ ਗਾਂਧੀ ਜਾਂ ਉਹਦੇ ਜਿਹੜੇ ਚਹੇਤੇ ਨੇ, ਚਾਹੇ ਉਹਦੇ 'ਚ ਜਗਦੀਸ਼ ਟਾਈਟਰ ਲਾ ਲਓ, LK ਭਗਤ ਲਾ ਲਓ, ਅਮਿਤਾਭ ਬੱਚਨ ਲਾ ਲਓ, ਹੋਰ ਜਿਹੜੇ ਸੀਗੇ ਜਿਹੜੇ ਇਸ ਦੁਨੀਆ ਤੇ LK ਭਗਤ ਲਾ ਲਓ, ਜਿਹੜੇ ਕੋਈ ਹੋਰ ਇਹਦੇ ਨਾਲ ਦੇ ਹੋਰ ਬਥੇਰੇ ਸੀਗੇ। ਸੋ ਇਹ ਲੋਕ ਉਸ ਟਾਈਮ ਦੇ ਉੱਤੇ ਜਿਹੜੀ ਆਪਣੀ ਭੂਮਿਕਾ ਨਿਭਾਉਂਦੇ ਨੇ, ਉਹ ਇਹ ਨਿਭਾਉਂਦੇ ਨੇ ਕਿ ਜਿੱਦਾਂ ਉਹਦੀ ਸਟੇਟਮੈਂਟ ਸੀ ਕਿ ਜਦੋਂ ਵੱਡਾ ਦਰਖਤ ਗਿਰਦਾ ਤੇ ਫਿਰ ਇਸ ਤਰ੍ਹਾਂ ਦੇ ਨਾਲ ਧਰਤੀ ਦੇ ਉੱਤੇ ਕੁਛ ਨਾ ਕੁਛ ਭੁਚਾਲ ਤੇ ਆਉਂਦਾ ਹੀ ਆ। ਸੋ ਇਹ ਜਿਹੜੀ ਬਿਰਤੀ ਆ ਜਾਂ ਇਹ ਜਿਹੜੀ ਚੀਜ਼ ਆ, ਇਹੋ ਜਿਹੀ ਸਟੇਟਮੈਂਟ ਨੂੰ ਜਾਰੀ ਕਰਨਾ ਜਾਂ ਉਹਨਾਂ ਲੋਕਾਂ ਵੱਲੋਂ ਕਿ ਖੂਨ ਦਾ ਬਦਲਾ ਖੂਨ। ਹੁਣ ਜੇ ਦੇਖਿਆ ਜਾਵੇ ਤਾਂ ਇੰਦਰਾ ਗਾਂਧੀ ਨੂੰ ਕਤਲ ਜਦੋਂ ਕੀਤਾ ਗਿਆ ਤਾਂ ਉਹਨਾਂ ਨੇ ਕਿਸੇ ਹੋਰ ਬੰਦੇ ਨੂੰ ਕਤਲ ਨਹੀਂ ਕੀਤਾ, ਉਹਨਾਂ ਨੇ ਆਪਣੀ ਸਿੱਖ ਪਰੰਪਰਾ ਅਨੁਸਾਰ ਉਹਨਾਂ ਨੇ ਸਿਰਫ ਜਿਹੜਾ ਉਹਦਾ ਬਦਲਾ ਇੰਦਰਾ ਗਾਂਧੀ ਕੋਲ ਹੈ, ਇਹ ਨਹੀਂ ਹੈਗਾ ਕਿ ਜਾਂ ਉਹਦੇ ਕਿਸੇ ਹੋਰ ਪਰਿਵਾਰਕ ਮੈਂਬਰ ਤੋਂ ਲਿਆ ਹੋਵੇ। ਇਹ ਬਹੁਤ ਸਾਰੀਆਂ ਸਿੱਖ ਪਰੰਪਰਾਵਾਂ ਦੀਆਂ, ਮੈਂ ਉਸ ਸਾਈਡ ਤੇ ਨਹੀਂ ਜਾਣਾ ਚਾਹੁੰਦਾ, ਇਹ ਸਿੱਖ ਪਰੰਪਰਾਵਾਂ ਦੇ ਵਿੱਚ ਰਿਹਾ ਹੈਗਾ। ਈਵਨ ਕਿ ਜਦੋਂ ਜਨਰਲ ਵੈਦਿਆ ਨੂੰ ਜਿਹੜਾ ਸੀਗਾ ਉਹ ਸੋਧਾ ਲਾਇਆ ਸੀਗਾ ਤੇ ਉਹਦੀ ਵਾਈਫ ਦੇ ਲੱਤ ਤੇ ਇਸ ਕਰਕੇ ਗੋਲੀ ਮਾਰੀ ਗਈ ਸੀ ਕਿ ਉਹ ਉਹਦੇ ਉੱਤੇ ਪੈ ਗਈ ਸੀ, ਤੇ ਉਹਨੂੰ ਕਿਹਾ ਬਾਅਦ ਵਿੱਚ ਸੁੱਖੇ ਜਿੰਦੇ ਨੇ ਚਿੱਠੀ ਵੀ ਲਿਖੀ ਆ ਬਿਲਕੁਲ ਰਿਕਾਰਡਡ ਕਿ ਭੈਣ ਕਿ ਤੈਨੂੰ ਅਸੀਂ ਨਹੀਂ ਸੀ ਕੁਝ ਕਹਿਣਾ ਚਾਹੁੰਦੇ, ਪਰ ਅਸੀਂ ਅਫਸੋਸ ਕਿ ਤੇਰੇ ਅਸੀਂ ਇਹ ਚੀਜ਼ ਕੀਤੀ ਆ। ਉਹਨਾਂ ਨੇ ਮਾਫੀ ਮੰਗੀ ਉਸ ਚੀਜ਼ ਦੀ ਕਿ ਸਾਡਾ ਤੇਰੇ ਨਾਲ ਕੋਈ ਲੈਣਾ ਦੇਣਾ ਸੀ, ਤੇਰੇ ਪਤੀ ਨਾਲ ਸਾਡਾ ਸੀ, ਕਿਉਂਕਿ ਉਹ ਇਹ ਭਾਗੀਦਾਰ ਸੀ ਇਸ ਕੰਮ ਦੇ ਵਿੱਚ। ਸੋ ਇਹ ਮੈਂ ਪਰੰਪਰਾਵਾਂ ਦੀ ਗੱਲ ਕੀਤੀ ਹੈਗੀ। ਮੈਂ ਪਰੰਪਰਾਵਾਂ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਇਹਨੂੰ ਅੱਗੇ ਅਸੀਂ ਇਸ ਲੜੀ ਨੂੰ ਅੱਗੇ ਜੋੜਾਂਗੇ। ਸੋ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਪਾਗਲ ਕਿਸਮ ਦੇ ਕੁਝ ਲੋਕ ਸੀਗੇ, ਇਹ ਜਾਨਵਰ ਕਿਸਮ ਦੇ ਕੁਝ ਲੋਕ ਸੀਗੇ ਜਿਹੜੇ ਜਾਂ ਜਿਹੜੇ ਪਹਾੜੇ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਟੱਟੂ ਲਏ ਸੀਗੇ ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਕੰਮ ਕੀਤਾ। ਹੁਣ ਪਹਿਲੀ ਗੱਲ ਤਾਂ ਇਹ ਕਿ ਇਹ ਗੱਲ ਕਹਿਣੀ ਕਿ ਉਹ ਜਿਹੜੇ ਸੀਗੇ ਉਹ ਜਾਨਵਰ ਸੀਗੇ, ਬੰਦੇ ਨਹੀਂ ਸੀਗੇ। ਤੁਸੀਂ ਇਹ ਦੇਖੋ ਕਿ ਠੀਕ ਆ, ਉਹਨਾਂ ਨੇ ਜਾਨਵਰਾਂ ਤੋਂ ਵੱਧ, ਜਿੱਦਾਂ ਕੋਈ ਜਾਨਵਰਾਂ ਤੋਂ ਵੱਧ ਵੀ ਸਲੂਕ ਜਿਹੜਾ ਕੋਈ ਕਰ ਸਕਦਾ ਬੰਦੇ ਦੇ ਨਾਲ, ਉਹ ਕੀਤਾ ਉਹਨਾਂ ਨੇ। ਲੇਕਿਨ ਉਹ ਹੈ ਤਾਂ ਬੰਦੇ ਹੀ ਸੀ ਨਾ, ਲੇਕਿਨ ਉਹਨਾਂ ਬੰਦਿਆਂ ਦੀ ਮਨੋਦਸ਼ਾ ਕੀ ਸੀ, ਕਿਹਨਾਂ ਨੇ ਮਨੋਦਸ਼ਾ ਉਹ ਬਣਾਈ, ਕਿੱਦਾਂ ਦੀ ਬਣਾਈ, ਇਹ ਇੱਕ ਬਹੁਤ ਵੱਡਾ ਸਵਾਲ ਆ। ਕਿਉਂਕਿ ਫਿਰ ਤੁਸੀਂ ਉਸ ਚੀਜ਼ ਤੋਂ ਬਚਾਅ ਕਰ ਲੈਂਦੇ ਹੋ ਨਾ ਸਾਰੇ ਆਪਣੇ ਸਮੂਹਿਕ ਦਾ, ਤੇ ਫਿਰ ਉਸ ਤੋਂ ਬਾਅਦ ਇੱਕ ਵੀ ਕਿਸੇ ਬੰਦੇ ਨੇ ਇਸ ਚੀਜ਼ ਦਾ ਸਵਾਲ ਉਠਾਇਆ ਹੋਵੇ ਜਾਂ ਕੋਈ ਖੱਬੇ ਸੱਜੇ ਜਾਂ ਕੋਈ ਉੱਥੇ ਆਪੋਜੀਸ਼ਨ ਪਾਰਟੀ ਜਿਹੜੀ ਮੌਜੂਦਾ ਹੁਕੂਮਤ ਦੇ ਵਿੱਚ, ਸਾਰੇ ਜਿਹੜੇ ਅੱਜ ਉਸ ਇੰਦਰਾ ਗਾਂਧੀ ਦੀ ਕੱਲ ਤਸਵੀਰਾਂ ਚੱਕੀ ਫਿਰਦੇ ਸੀਗੇ, ਪੱਗਾਂ ਵਾਲੇ ਵੀ, ਵਿਦਆਊਟ ਪੱਗਾਂ ਵਾਲੇ ਵੀ, ਜਾਂ ਹੋਰ ਜਿਹੜੇ ਲੋਕ ਸੀ,
ਇਹ ਲੋਕ ਜਿਹੜੇ ਸੀਗੇ, ਇਹ ਜਿਹੜੇ ਸਿਰ ਦੇ ਉੱਤੇ ਤਸਵੀਰਾਂ ਚੱਕੀ ਬੈਠੇ ਸੀਗੇ, ਇਹ ਚੀਜ਼ ਇਹਨਾਂ ਨੇ ਕਦੀ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਭਾਈ ਜਿੱਦਣ ਇਹਨਾਂ ਨੇ ਸਾਨੂੰ ਮਾਰਿਆ ਸੀ ਉਦਣ ਇਹ ਵੇਖਿਆ ਸੀ ਕਿ ਇਹ ਕਿਸੇ ਰਾਧਾ ਸਵਾਮੀ ਦਾ ਸਿੱਖ ਆ, ਇਹ ਕਿ ਖੱਬੀ ਪੱਖੀ ਵਾਲਾ ਸਿੱਖ ਹੈਗਾ, ਜਾਂ ਇਹ ਨਾਮਧਾਰੀ ਸਿੱਖ ਆ, ਜਾਂ ਖੱਬੇ ਪੱਖੀਆਂ ਦਾ ਕੋਈ ਬੰਦਾ ਹੈਗਾ, ਜਿਹੜਾ ਸੋ ਕਾਲਡ ਜਿਹੜੇ ਐਕਸੀਡੈਂਟਲੀ ਸਿੱਖਾਂ ਦੇ ਘਰ ਜੰਮੇ ਸੀ, ਖੁਸ਼ਵੰਤ ਸਿੰਘ ਵਰਗੇ, ਭੱਜ ਕੇ ਜਾਨ ਬਚਾਈ ਸੀ ਨਾ ਉਹਨੇ ਵੀ। ਸੋ ਉਹਨਾਂ ਦਾ ਜਿਹੜਾ ਟਾਰਗੇਟ ਸੀ, ਉਹਨਾਂ ਨੇ ਮਾਰਿਆ ਕਿਸ ਨੂੰ? ਉਹਨਾਂ ਦਾ ਟਾਰਗੇਟ ਉਹ ਸੀ ਕਿ ਜਿੰਨੇ ਵੀ ਜਿਹੜਾ ਵੀ ਕੋਈ ਪਗੜੀ ਧਾਰੀ ਹੈਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਆ। ਇਹ ਗੱਲ ਇੰਨੇ ਕੁਝ ਘੰਟਿਆਂ ਦੇ ਵਿੱਚ ਕਿਵੇਂ ਪੈਦਾ ਹੋ ਗਈ? ਸਵਾਲ ਇਸ ਗੱਲ ਦੇ ਉੱਤੇ ਆ। ਇੰਨੀ ਜਲਦੀ ਤਾਂ ਪੋਸੀਬਲ ਨਹੀਂ ਆ। ਤੁਸੀਂ 5 7 10 ਬੰਦਿਆਂ ਨੂੰ ਕੋਈ ਇਸ ਤਰ੍ਹਾਂ ਦੇ ਨਾਲ ਕਰ ਸਕਦੇ ਹੋ? ਐਡੇ ਵੱਡੇ ਹਜੂਮਾਂ ਨੂੰ ਤੁਸੀਂ ਜਿਹੜਾ ਹੈ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਟ੍ਰੇਨਿੰਗ, ਉਹਨਾਂ ਨੂੰ ਪ੍ਰਿਪੇਅਰ ਕੀਤਾ ਹੋਵੇ, ਸਪੈਸ਼ਲ ਕਿਸੇ ਕਿਸਮ ਦਾ ਪਾਊਡਰ ਦੀ ਵਰਤੋਂ ਕੀਤੀ ਗਈ ਹੋਵੇ, ਸਾਰਾ ਕੁਝ ਕੀਤਾ ਗਿਆ ਹੋਵੇ। ਇਹ ਸਾਰਾ ਕੁਝ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਖੋਲਾਂਗੇ। ਲੇਕਿਨ ਇਹ ਸਾਰਾ ਕੁਝ ਕਰਨ ਦੇ ਬਾਅਦ ਤੁਸੀਂ ਇਹ ਦੇਖੋ ਕਿ ਇੱਕ ਵੀ ਜਾਣੇ ਨੇ ਕਿਸੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ, ਇੱਕ ਵੀ ਬੰਦੇ ਨੇ ਕਦੀ ਪਿਛਲਿਆਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਇਹ ਕਿਹਾ ਹੋਵੇ ਵੀ ਭਾਈ ਤੁਸੀਂ ਮਾਫੀ ਨਹੀਂ ਮੰਗੀ ਹਲੇ ਤੱਕ, ਜਾਂ ਉਹਨਾਂ ਨੇ ਮਾਫੀ ਮੰਗਣ ਦਾ ਕਿਤੇ ਕੋਈ ਗੱਲ ਵੀ ਕੀਤੀ ਹੋਵੇ, ਜਾਂ ਕਦੀ ਕੋਈ ਇਸ ਤਰ੍ਹਾਂ ਦਾ ਅਫਸੋਸ ਵੀ ਜ਼ਾਹਿਰ ਕੀਤਾ ਹੋਵੇ? ਉਹ ਇਸ ਕਰਕੇ ਨਹੀਂ ਕੀਤਾ ਕਿ ਉਹਨਾਂ ਨੇ ਆਪਣੇ ਜਿਹੜੇ ਸੀਗੇ ਉਹ ਇਸ ਗੱਲ ਤੋਂ ਮੁਨਕਰ ਨੇ। ਤੇ ਸਾਡੇ ਕੀ ਕਹਿ ਰਹੇ ਨੇ ਕੁਝ ਜਿਹੜੇ ਬੰਦੇ ਜਿਹੜੇ ਬੈਠੇ ਰੇਡੀਓ ਸਟੇਸ਼ਨਾਂ ਤੇ ਨੇ, ਟੀਵੀ ਸਟੇਸ਼ਨਾਂ ਤੇ ਨੇ, ਉਹ ਇਹ ਕਹਿੰਦੇ ਨੇ ਕਿ ਸਾਡੇ ਬੰਦਿਆਂ ਦੇ ਸਬੂਤਾਂ ਦੀ ਘਾਟ ਕਰਕੇ ਜਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ, ਜਿੱਦਾਂ ਕਿ ਇਹ ਸਾਡੇ ਕੁਝ ਖਾਸ ਬੰਦਿਆਂ ਦੀ ਕਹਿਣੀ ਹੁੰਦੀ ਆ ਕਿ ਸਾਡੇ ਕੁਝ ਖਾਸ ਬੰਦਿਆਂ ਦੀ ਜਿਹੜੀ ਹੈ ਉਹ ਗਲਤੀਆਂ ਕਰਕੇ ਅਸੀਂ ਆਪਣੀ ਜਿਹੜੀ ਹੈ ਉਹ 84 ਦਾ ਇਨਸਾਫ ਨਹੀਂ ਲੈ ਸਕੇ। ਤੁਸੀਂ ਇਹ ਦੇਖੋ, ਇਨਸਾਫ ਤੁਸੀਂ ਮੰਗ ਕਿੰਨਾ ਕੁ ਰਹੇ ਹੋ? ਇਨਸਾਫ ਦੇਣ ਵਾਲੇ ਕੌਣ ਨੇ? ਉਹ ਕਿ ਜਿਹੜੇ ਇਸ ਗੱਲ ਤੋਂ ਮੁਨਕਰ ਨੇ ਕਿ ਇਹ ਕੁਛ ਪਾਗਲ ਬੰਦਿਆਂ ਦਾ ਕੰਮ ਸੀ ਜਾਂ ਜਾਨਵਰ ਬਿਰਤੀ ਵਾਲਿਆਂ ਦਾ ਕੰਮ ਸੀ। ਤੇ ਉਹਨਾਂ ਦੇ ਰਿਕਾਰਡਡ ਬਿਆਨ ਪਏ ਹੋਏ ਨੇ ਕਿ ਖੂਨ ਕਾ ਬਦਲਾ ਖੂਨ, ਜਦੋਂ ਵੱਡਾ ਦਰਖਤ ਗਿਰਦਾ ਤੇ ਫਿਰ ਉਹ ਧਰਤੀ ਹਿਲਦੀ ਆ, ਇਹੋ ਜੀ ਸਟੇਟਮੈਂਟ ਦਿੱਤੀ ਹੋਵੇ। ਸਾਰੀਆਂ ਸਟੇਟਮੈਂਟਾਂ ਕਿੱਥੇ ਉਹ ਜਾ ਕੇ ਇਹ ਜਿਹੜਾ ਹੈ ਜਗਦੀਸ਼ ਟਾਈਟਲਰ ਵਰਗਾ ਜਾ ਕੇ ਕਰਦਾ ਰਿਹਾ, ਤੇ ਕਾਂਗਰਸ ਅੱਜ ਉਹਨੂੰ ਆਪਣਾ ਜਿਹੜੀ ਮੇਨ ਕਮੇਟੀ ਆ ਉਹਦੇ ਵਿੱਚ ਲੈ ਰਹੀ ਹੈਗੀ ਆ। ਤੇ ਸਾਡੇ ਪਗੜੀ ਧਾਰੀ ਬੰਦੇ ਜਿਹੜੇ ਨੇ ਉਹਨੂੰ ਜਿਹੜੇ ਨੇ ਉਹ ਜਿਹੜੀਆਂ ਨੇ ਵਧਾਈਆਂ ਜਿਹੜੀਆਂ ਦੇ ਰਹੇ ਨੇ ਤੇ ਉਹਨੂੰ ਜੱਫੀਆਂ ਪਾ ਰਹੇ ਨੇ, ਉਹਦੇ ਵਾਸਤੇ ਕੰਗ੍ਰੈਚੁਲੇਟ ਕਰ ਰਹੇ ਨੇ। ਜਾਂ ਕਮਲਨਾਥ ਵਰਗੇ ਨੂੰ ਜਦੋਂ ਉਹ ਜਿਹੜਾ ਸੀਗਾ ਚੀਫ ਮਿਨਿਸਟਰ ਲਾਇਆ ਗਿਆ ਤੇ ਬਾਦਲ ਵਰਗਿਆਂ ਨੇ ਜਾ ਕੇ ਉਹਨੂੰ ਜਿਹੜੇ ਸੀਗੇ ਉਹ ਗੁਲਦਸਤੇ ਦਿੱਤੇ। ਤੁਸੀਂ ਇਹ ਦੇਖੋ ਕਿ ਉਹਨਾਂ ਨੇ ਜਦ ਤੁਹਾਨੂੰ ਮਾਰਿਆ, ਤੁਹਾਨੂੰ ਸਿੱਖ ਹੋਣ ਕਰਕੇ ਮਾਰਿਆ, ਤੇ ਉਹਨਾਂ ਦੇ ਵਾਸਤੇ ਇਹ ਚੀਜ਼ ਜਿਹੜੀ ਸੀਗੀ ਉਹ ਬੜੀ ਸਪਸ਼ਟ ਸੀ। ਉਹਨਾਂ ਨੂੰ ਇਹ ਸੀਗਾ ਕਿ ਸਿੱਖ ਚਾਹੇ ਕੋਈ ਵੀ ਆ, ਤੇ ਸਾਡੇ ਇਹ ਕਹਿੰਦੇ ਨੇ ਅਸੀਂ ਤਾਂ ਕਾਮਰੇਡ ਆ, ਅਸੀਂ ਤਾਂ ਜੀ ਖੱਬੇ ਪੱਖੀ ਵਾਲੇ ਬੰਦੇ ਹੈਗੇ ਆ, ਅਸੀਂ ਤਾਂ ਜੀ ਨਾਮਧਾਰੀ ਸਿੱਖ ਆ, ਅਸੀਂ ਤਾਂ ਜੀ ਨਿਰੰਕਾਰੀ ਆ, ਅਸੀਂ ਤਾਂ ਜੀ ਰਾਧਾ ਸਵਾਮੀ ਆ, ਅਸੀਂ ਕੋਈ ਹੋਰ ਕਿਸੇ ਬਾਬੇ ਦੇ ਚੇਲੇ ਆ। ਤੇ ਤੁਹਾਨੂੰ ਜਦੋਂ ਮਾਰਦੇ ਆ ਉਹ ਬਹੁਤ ਗਿਣਤੀ ਵਾਲੇ ਲੋਕ ਉਹ ਇਹ ਕਰਕੇ ਨਹੀਂ ਮਾਰਦੇ ਕਿ ਤੁਸੀਂ ਕਿਹਦੇ ਚੇਲੇ ਹੋ ਜਾਂ ਕਿਹਦੇ ਚਹੇਤੇ ਹੋ ਜਾਂ ਕਿਹਦੇ ਗੁਣ ਗਾਉਂਦੇ ਹੋ ਜਾਂ ਕਿਹਦੀਆਂ ਫੋਟੋਆਂ ਚੁੱਕੀ ਫਿਰਦੇ ਹੋ, ਕਿਹਦੀਆਂ ਫੋਟੋਆਂ ਨਾਲ ਪੱਗਾਂ ਨਾਲ ਆਪਣੇ ਪੱਗਾਂ ਦੇ ਨਾਲ ਤੁਸੀਂ ਬੁੱਤ ਸਾਫ਼ ਕਰੀ ਜਾਂਦੇ ਹੋ, ਜਾਂ ਕਿਸ ਕਰਕੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਰਦੇ ਨੇ। ਜਦੋਂ ਉਹ ਮਾਰਦੇ ਨੇ, ਦੁਨੀਆ ਦਾ ਇਤਿਹਾਸ ਰਿਹਾ ਕਿ ਜਦੋਂ ਉਹ ਮਾਰਦੇ ਨੇ, ਜਦੋਂ ਉਹ ਕੋਈ ਕਿਸੇ ਜਗ੍ਹਾ ਦੇ ਉੱਤੇ ਜੈਨੋਸਾਈਡ ਹੁੰਦਾ, ਉਦੋਂ ਇਹੀ ਦੇਖਿਆ ਜਾਂਦਾ ਕਿ ਇੱਕ ਸਮੂਹ ਜਿਹੜਾ ਹੈਗਾ, ਖਾਸ ਤੌਰ ਬਹੁ ਗਿਣਤੀ ਤਾਕਤਵਰ ਸਮੂਹ, ਜਿਹਨੂੰ ਆਪਾਂ ਤਾਕਤਵਰ ਇਨ ਦਾ ਸੈਂਸ ਕਿ ਉਸ ਟਾਈਮ ਦੇ ਉੱਤੇ ਹਕੂਮਤ ਚਲਾ ਰਿਹਾ ਜਿਹੜੀ ਧਿਰ ਹੁੰਦੀ ਆ, ਉਹ ਜਦੋਂ ਦੂਸਰੀ ਧਿਰ ਦੇ ਉੱਤੇ ਜੈਨੋਸਾਈਡ ਕਰਦੀ ਆ ਤੇ ਉਹ ਉਹਦੇ ਸਿਰਫ ਉਸ ਪਹਿਰਾਵੇ, ਉਸ ਰੂਪ ਦੇ ਉੱਤੇ ਜਾਂਦੀ ਆ, ਜਾਂ ਉਹ ਇਹ ਗੱਲ ਬਿਲਕੁਲ ਉਸ ਟਾਈਮ ਦੇ ਉੱਤੇ ਭੁੱਲ ਜਾਈ ਜਾਂਦੀ ਹੈਗੀ ਆ ਕਿ ਇਹ ਬੰਦੇ ਸਾਡੇ ਨਾਲ ਕਿੰਨਾ ਕੁ ਤਾਲੁਕਾਤ ਰੱਖਦੇ ਆ। ਬਹੁਤ ਸਾਰੀਆਂ ਕਹਾਣੀਆਂ ਜਿਹਦੇ ਵਿੱਚ ਗਵਾਂਢ ਵਿੱਚ ਰਹਿੰਦੇ ਹੋਏ ਲੋਕ
ਬਕਾਰੋ ਦੀ ਮੈਂ ਅੱਜ ਹੀ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਉਸ ਲੜਕੀ ਨੇ ਦੱਸਿਆ ਕਿ ਸਾਡੇ ਘਰ ਵਿੱਚ ਆਉਣ ਜਾਣ ਪਛਾਣ ਵਾਲੇ ਬੰਦੇ ਮੁੰਡੇ, ਉਹਨਾਂ ਨੇ ਮੇਰੇ ਹੀ ਭਰਾਵਾਂ ਨੂੰ ਜਿਹੜਾ ਹੈ ਕੋਹ ਕੇ ਮਾਰਿਆ, ਸਾਡੇ ਸਾਹਮਣੇ ਮਾਰਿਆ, ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੈਗੀ। ਸੋ ਇਹ ਹੈ ਇੱਕ ਸਮੂਹ ਦਾ ਜਿਹੜਾ ਹੈ ਦੂਸਰੇ ਸਮੂਹ ਦੇ ਉੱਤੇ ਉਸ ਤਾਕਤ ਦੇ ਸਹਾਰੇ ਤੇ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਸਾਨੂੰ ਬਿਠਾ ਲੈਣੀ ਚਾਹੀਦੀ ਆ, ਜਿੰਨੀ ਦੇਰ ਤੱਕ ਤੁਹਾਡੇ ਧਰਮ ਦੇ ਕਿਸੇ ਧਰਮ ਦੇ ਵਿੱਚ ਜੈਨੋਸਾਈਡ ਇੰਪਲਸ ਨਾ ਪਈ ਹੋਵੇ, ਜਾਂ ਤੁਸੀਂ ਕਿਸੇ ਦੀ ਨਸਲਕੁਸ਼ੀ ਕਰਨ ਦੇ ਵਾਸਤੇ ਤਿਆਰ ਨਾ ਹੋ, ਤੁਸੀਂ ਕਦੀ ਕਿਸੇ ਦੀ ਨਸਲਕੁਸ਼ੀ ਕਰ ਹੀ ਨਹੀਂ ਸਕਦੇ ਹੈਗੇ। ਤੇ ਹੁਣ ਇੱਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਭਾਈ ਜਿਨ੍ਹਾਂ ਨੇ ਤੁਹਾਡੀ ਨਸਲਕੁਸ਼ੀ ਕੀਤੀ ਆ, ਉਹਨਾਂ ਦੇ ਅੰਦਰ ਇਸ ਚੀਜ਼ ਦੀ ਸਪਿਰਿਟ ਸੀਗੀ ਕਿ ਅਸੀਂ ਨਸਲਕੁਸ਼ੀ ਕੀਤੀ ਹੈ, ਅੱਗੇ ਵੀ ਕਰ ਸਕਦੇ ਹੈਗੇ ਆ। ਸਵਾਲ ਇੱਥੇ ਆ ਕੇ ਜਿਹੜਾ ਉਹ ਖੜਾ ਹੁੰਦਾ ਹੈਗਾ। ਅੱਗੇ ਆਪਾਂ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ, ਪੂਰਾ ਤਕਰੀਬਨ ਬਹੁਤ ਸਾਰੇ ਐਪੀਸੋਡ ਅਸੀਂ ਇਸ ਦੇ ਉੱਤੇ ਕਰਾਂਗੇ। ਮੈਂ ਖਾਸ ਪ੍ਰੋਗਰਾਮ ਦੇ ਵਿੱਚ ਇਸ ਦੇ ਉੱਤੇ ਗੱਲਬਾਤ ਕਰਿਆ ਕਰਾਂਗਾ, ਪਰ ਲੇਕਿਨ ਅੱਜ ਖੁੱਲਾ ਸੱਦਾ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕਿਉਂਕਿ ਅੱਜ ਸਾਡਾ ਗੱਲ ਕਰਨ ਦਾ ਜਿਹੜਾ ਸੀਗਾ ਉਹ ਬਣਦਾ ਸੀ, ਕਿਉਂਕਿ ਇਸ ਤੋਂ ਬਗੈਰ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਪੂਰੇ ਨਹੀਂ ਹੁੰਦੇ। ਵਕਫਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਅੱਗੇ ਜੁੜਦੇ ਹਾਂ ਤੇ ਅਖੀਰਲੇ ਪਲਾਂ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਨਵੰਬਰ 1984 ਦੇ ਸੰਬੰਧ ਵਿੱਚ ਕਰਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 365999। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਸੋ ਅੱਜ ਆਪਾਂ ਗੱਲ ਕਰਦੇ ਪਏ ਆ ਨਵੰਬਰ 1984 ਦੇ ਵਿੱਚ ਜੋ ਸਾਡੇ ਨਾਲ ਹੋਇਆ, ਨਸਲਕੁਸ਼ੀ ਜਿਹੜੀ ਹੋਈ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਹੀ, ਕਿਤੇ ਵੀ ਦੰਗੇ ਲਫ਼ਜ਼ ਜਿਹੜਾ ਹੈ ਖਾਸ ਤੌਰ ਤੇ ਸਾਨੂੰ ਨਹੀਂ ਵਰਤਣਾ ਚਾਹੀਦਾ। ਜਿਹੜਾ ਕੋਈ ਵਰਤਦਾ, ਜੇ ਕੋਈ ਅਣਭੋਲ ਪੁਣੇ 'ਚ ਵਰਤਦਾ ਤੇ ਉਹਨੂੰ ਕਿਰਪਾ ਕਰਕੇ ਬੇਨਤੀ ਕਰ ਦਿਆ ਕਰੋ ਕਿ ਭਾਈ ਇਹ ਜਿਹੜਾ ਹੈ ਇਹ ਦੰਗੇ ਨਹੀਂ, ਇਹ ਨਸਲਕੁਸ਼ੀ ਸੀ, ਇਹਨੂੰ ਨਸਲਕੁਸ਼ੀ ਸਾਨੂੰ ਕਹਿਣਾ ਚਾਹੀਦਾ ਹੈਗਾ। ਇਹ ਵਾਦ ਵਿਵਾਦ ਨਸਲਕੁਸ਼ੀ ਦਾ ਸਾਡੇ ਬਾਹਰ ਤੱਕ ਵੀ ਇਹ ਚੀਜ਼ ਜਿਹੜੀ ਆ ਉਹ ਫੈਲੀ ਹੋਈ ਆ ਕਿ ਜਦੋਂ ਤੁਸੀਂ ਨਸਲਕੁਸ਼ੀ ਲਫ਼ਜ਼ ਬੋਲਦੇ ਹੋ ਨਾ, ਜਿਹੜਾ ਤੁਹਾਡਾ ਦੁਸ਼ਮਣ ਆ ਨਾ, ਜਿਹਨੇ ਸਭ ਕੁਝ ਕੀਤਾ, ਉਹਦੀ ਰਾਗਤ ਦੇ ਉੱਤੇ ਵੀ ਤੁਸੀਂ ਹੱਥ ਧਰ ਦਿੰਦੇ ਹੋ ਨਾ ਕਿ ਨਸਲਕੁਸ਼ੀ ਕਹੋ, ਤੇ ਉਹ ਇਹ ਚੀਜ਼ ਦੇ ਉੱਤੇ ਸਭ ਤੋਂ ਜ਼ਿਆਦਾ ਚੀਕਾਂ ਮਾਰਦਾ, ਉਹ ਸਭ ਤੋਂ ਜ਼ਿਆਦਾ ਰੌਲਾ ਪਾਉਂਦਾ। ਅਫਸੋਸ ਇਹ ਕਿ ਸਾਡੇ ਬੰਦੇ ਜਿਹੜੇ ਨੇ ਉਹ ਇਹ ਲਫ਼ਜ਼ ਕਹਿਣ ਤੋਂ ਡਰਦੇ ਕਿਉਂ ਨੇ, ਜਾਂ ਇਹ ਚੀਜ਼ ਕਹਿੰਦੇ ਕਿਉਂ ਨਹੀਂ ਸਪਸ਼ਟ ਤੌਰ ਦੇ ਉੱਤੇ। ਕੁਝ ਹੁਣ ਜ਼ਿਆਦਾ ਕਹਿਣਾ ਸ਼ੁਰੂ ਹੋਏ, ਪਰ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਸੀ ਕਿਹਾ ਜਾਂਦਾ। ਮੈਂ ਇਸ ਕਰਕੇ ਗੱਲ ਕੀਤੀ ਆ ਕਿ ਆਪਾਂ 2018 ਦੇ ਵਿੱਚ ਗੁਰਰਤਨ ਸਿੰਘ ਹੋਣਾ ਨੇ ਜਦੋਂ ਕੁਈਨਸ ਪਾਰਕ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਸਿੱਖ ਨਸਲਕੁਸ਼ੀ ਸੀ, ਤੇ ਬਹੁਤ ਸਾਰੇ ਇੱਥੇ ਜਿਹੜੇ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਮਿਤੀਆਂ ਸੀਗੀਆਂ, ਮੰਦਰਾਂ ਦੇ ਪ੍ਰਧਾਨ ਸੀ, ਨਾਮ ਵੀ ਲਿਖੇ ਹੋਏ ਸੀਗੇ ਉਹਨਾਂ ਦੇ, ਇੱਕ ਵੱਡੀ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਕਿ ਇਹ ਨਸਲਕੁਸ਼ੀ ਕਿਉਂ ਕਹੀ ਜਾਂਦੀ ਹੈਗੀ ਆ। ਉਹ ਇਸ ਚੀਜ਼ ਦਾ ਵਿਰੋਧ ਉਹਨਾਂ ਨੇ ਕੀਤਾ ਰੱਜ ਕੇ ਕਿ ਤੁਸੀਂ ਇਹ ਚੀਜ਼ ਜਿਹੜੀ ਆ ਗਲਤ ਕੀਤੀ ਹੈਗੀ ਆ, ਇਹ ਗਲਤ ਬੋਲਿਆ ਹੈਗਾ। ਸੋ ਤੁਸੀਂ ਇਹ ਦੇਖੋ ਕਿ ਉਹ ਤੁਹਾਨੂੰ ਇਹ ਲਫ਼ਜ਼ ਵੀ ਨਹੀਂ ਕਹਿਣ ਦੇਣਾ ਚਾਹੁੰਦੇ, ਤੇ ਜਿਨ੍ਹਾਂ ਨਾਲ ਇਹ ਸਾਰਾ ਕੁਝ ਹੋਇਆ ਬੀਤਿਆ ਉਹ ਕਿੱਥੇ ਸੁੱਤੇ ਆ? ਉਹਨਾਂ ਨੂੰ ਇਹ ਗੱਲ ਕਦੀ ਸਮਝ ਕਿਉਂ ਨਹੀਂ ਆਉਂਦੀ ਹੈਗੀ ਕਿ ਭਾਈ ਜੋ ਤੁਸੀਂ ਕਹਿਣਾ, ਜੋ ਅਸਲੀ ਲਫ਼ਜ਼ ਨੇ ਤੇ ਜੋ ਕੁਝ ਹੋਇਆ ਉਹਨੂੰ ਬਿਆਨ ਕਿਵੇਂ ਕਰਨਾ, ਜਿੱਥੋਂ ਮੈਂ ਆ ਗੱਲ ਅੱਜ ਸ਼ੁਰੂ ਕੀਤੀ ਸੀ ਕਿ ਬਿਆਨ ਕਿਵੇਂ ਕਰਨਾ ਇਹ ਸਾਡਾ ਫਰਜ਼ ਬਣਦਾ। ਅਸੀਂ ਲੋਕਾਂ ਨੂੰ ਐਕਸਪਲੇਨ ਕਿਵੇਂ ਕਰਨਾ ਇਹ ਸਾਡਾ ਫਰਜ਼ ਬਣਦਾ
ਕਿ ਅਸੀਂ ਲੋਕਾਂ ਦੇ ਤੱਕ ਮੈਸੇਜ ਜਿਹੜਾ ਡਿਲੀਵਰ ਕਰਨਾ ਹੈਗਾ ਉਹ ਕਿੱਦਾਂ ਕਰਨਾ ਹੈਗਾ। ਸੋ ਕਿਰਪਾ ਕਰਕੇ ਪਹਿਲੀ ਗੱਲ ਤਾਂ ਇਹ ਮਨ ਚੋਂ ਕੱਢ ਦਿਓ ਕਿ ਇਹ ਦੰਗੇ ਨਹੀਂ, ਇਹ ਜਿਹੜੀ ਸ਼ਰੇਆਮ ਜਿਹੜਾ ਸੀਗਾ ਉਹ ਸਿੱਖ ਕਤਲੇਆਮ ਸੀ। ਇਹ ਨਾ ਕਿ ਕੱਲਾ ਦਿੱਲੀ 'ਚ ਹੋਇਆ, ਬਕਾਰੋ ਹੋਰ ਸ਼ਹਿਰ ਕੋਈ ਇੰਡੀਆ ਦਾ ਜਿਹੜਾ ਪਾਰਟ ਸੀਗਾ ਉਹ ਨਹੀਂ ਹੋਇਆ ਹੈਗਾ। ਸੋ ਮੈਂ ਗੱਲ ਕਰਦਾ ਪਿਆ ਸੀਗਾ ਕਿ ਇਹ ਜਿੰਨੀ ਦੇਰ ਤੱਕ ਕਿਸੇ ਧਰਮ ਦੇ ਵਿੱਚ ਨਸਲਕੁਸ਼ੀ ਕਰਨ ਦਾ ਜਿਹੜਾ ਜਜ਼ਬਾ ਕਹਿ ਸਕਦੇ ਆ ਜਾਂ ਉਹਦੇ ਅੰਦਰ ਇਹ ਮਾਦਾ ਨਾ ਪਿਆ ਹੋਵੇ, ਨਸਲਕੁਸ਼ੀ ਨਹੀਂ ਕਰ ਸਕਦਾ। ਇਹ ਗੱਲ ਪੱਕੀ ਆ। ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਵੀ ਪੜ੍ਹ ਲਿਆ ਜਾਵੇ, ਉਨੀ ਦੇਰ ਤੱਕ ਤੁਸੀਂ ਕਰਦੇ ਨਹੀਂ। ਤੁਹਾਡੇ 'ਚ ਕਰੂੜਤਾ ਕਿਵੇਂ ਆ ਸਕਦੀ ਆ? ਇੰਨੇ ਕਰੂੜ ਕਿਵੇਂ ਹੋ ਸਕਦਾ? ਇੱਕ ਮਨੁੱਖ ਦੂਜੇ ਮਨੁੱਖ ਨੂੰ ਐਡੇ ਉਸ ਲੈਵਲ ਦੇ ਉੱਤੇ, ਮਾਸ ਲੈਵਲ ਦੇ ਉੱਤੇ, ਇਹ ਤਾਂ ਇੱਕ ਤਾਂ ਹੁੰਦਾ ਨਾ ਕਿ ਤੁਹਾਡਾ ਕਿਸੇ ਨਾਲ ਕੋਈ ਆਪਸੀ ਤਕਰਾਰ ਹੋ ਗਿਆ, ਕਿਸੇ ਗੱਲ ਤੋਂ ਕੋਈ ਗੁੱਸਾ ਆ ਗਿਆ, ਪਰ ਕੀ ਇਹ ਗੁੱਸਾ ਐਡੇ ਵੱਡੇ ਲੈਵਲ ਦੇ ਉੱਤੇ ਕਿੱਦਾਂ ਹੋ ਸਕਦਾ ਹੈਗਾ? ਕਿਸੇ ਦਾ ਕੋਈ ਖੂਨ ਦਾ ਰਿਸ਼ਤਾ ਤਾਂ ਇੰਦਰਾ ਗਾਂਧੀ ਨਾਲ ਸੀਗਾ ਨਹੀਂ, ਤੇ ਐਡੇ ਵੱਡੇ ਲੈਵਲ ਤੇ ਸਾਰਾ ਕੁਝ ਹੋ ਕਿਵੇਂ ਗਿਆ? ਇਹ ਅਸਲ ਦੇ ਵਿੱਚ ਸਿੱਖਾਂ ਦੇ ਵਿਰੁੱਧ ਭਰੀ ਹੋਈ ਜਿਹੜੀ ਇੰਨੇ ਸਾਲਾਂ ਦੀ ਨਫ਼ਰਤ ਸੀ, ਇਹ ਉਸ ਦਾ ਵੱਡਾ ਕਾਰਨ ਸੀਗਾ। ਤੇ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਆਪਣੀ ਜਿਹੜੀ ਸਿਆਸਤ ਵੀ ਇੱਥੇ ਦਿਖਦੀ ਸੀ ਕਿ ਅਗਰ ਅਸੀਂ ਇਹ ਚੀਜ਼ ਨੂੰ ਕਰਦੇ ਹਾਂ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਗਿਣਤੀ ਦੇ ਵਿੱਚ ਵੱਡੀ ਸਰਕਾਰ ਬਣਾ ਕੇ ਇੱਥੇ ਜਿਹੜਾ ਉਹ ਆਵਾਂਗੇ। ਸੋ ਇਸ ਤਰ੍ਹਾਂ ਦੇ ਨਾਲ ਹੀ ਹੋਇਆ। ਪਰ ਸਾਡੇ ਅਫਸੋਸ ਦੇ ਨਾਲ ਇਹ ਕਿ ਸਾਡੇ ਸਿੱਖਾਂ ਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਆ ਰਹੀ। ਕਾਂਗਰਸ ਦੇ ਵਿੱਚ ਮੌਜੂਦਾ ਤੋਂ ਲੈ ਕੇ ਆ ਰੌਲਾ ਪਿਆ ਆ ਨਾ ਕਿ 31 ਤਰੀਕ ਨੂੰ ਚੰਨੀ ਨੇ ਕੋਈ ਇਸ਼ਤਿਹਾਰ ਨਹੀਂ ਦਿੱਤੇ। ਇਹ ਰੱਬ ਜਾਣਦਾ, ਹੁਣੇ ਸੀਐਮ ਚੰਨੀ ਹੋਣਾ ਦੀ ਆਪਣੀ ਸੋਚ ਆ ਕਿ ਇਹ ਨਹੀਂ ਦਿੱਤੇ। ਤੇ ਤੁਸੀਂ ਦੇਖੋ ਕਿ ਉਹ ਜਾਖੜ ਨੇ ਕਿੱਡਾ ਰੌਲਾ ਪਾਇਆ, ਤੇ ਇਹਦਾ ਪਿਓ ਪਾਰਲੀਮੈਂਟ ਦੇ ਵਿੱਚ ਇਹਨੇ ਇਹ ਕਿਹਾ ਸੀਗਾ ਕਿ ਜੇ ਸਾਨੂੰ ਦੇਸ਼ ਦੀ ਅਖੰਡਤਾ ਵਾਸਤੇ ਸਾਰੇ ਸਿੱਖ ਨਾ ਮਾਰਨੇ ਪੈਣ, ਭਾਵੇਂ ਸਾਰੇ ਸਿੱਖ ਮਾਰਨੇ ਪੈਣ, ਅਸੀਂ ਇਹ ਚੀਜ਼ ਕਰਾਂਗੇ। ਇਹ ਇਹਨਾਂ ਲੋਕਾਂ ਦੀ ਜਹਿਨੀਅਤ ਆ। ਤੇ ਸਾਡੇ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਜਾਖੜ ਆ ਇਹ ਬੜਾ ਸਿਆਣਾ ਤੇ ਸੁਲਝਿਆ ਹੋਇਆ, ਇਹ ਉਸੇ ਪਿਓ ਦਾ ਪੁੱਤ ਹੈਗਾ ਜਿਹਨੇ ਇਹ ਗੱਲ ਕਹੀ ਸੀ ਕਿ ਸਾਨੂੰ ਭਾਵੇਂ ਸਾਰੇ ਸਿੱਖਾਂ ਨੂੰ ਮਾਰਨਾ ਪਵੇ। ਸੋ ਇਹਨਾਂ ਦੀ ਜਹਿਨੀਅਤ ਨੂੰ ਤੁਸੀਂ ਪਹਿਚਾਣੋ, ਇਹਨਾਂ ਦੀ ਸੋਚ ਨੂੰ ਤੁਸੀਂ ਪਹਿਚਾਣੋ, ਇਹਨਾਂ ਦੇ ਉਸ ਮਾਦੇ ਨੂੰ ਤੁਸੀਂ ਪਹਿਚਾਣੋ ਕਿ ਇਹਨਾਂ ਦੀ ਸੋਚ ਕੀ ਹੈਗੀ ਆ। ਤੇ ਜੇ ਇਹਨਾਂ ਦੇ ਸਮੂਹਿਕ ਬੰਦਿਆਂ ਦੇ ਪਾਰਲੀਮੈਂਟ ਮੈਂਬਰ ਹੋਣ ਜਾਂ ਆਮ ਇਹਨਾਂ ਦੇ ਐਕਟਿਵਿਸਟ ਹੋਣ, ਜਿਨ੍ਹਾਂ ਨੇ ਇਹ ਉੱਚੀ ਰੌਲਾ ਪਾ ਕੇ ਕਿਸੇ ਨੇ ਨਾ ਕਿਹਾ ਹੋਵੇ, ਕਿਸੇ ਇੱਕ ਬੰਦੇ ਨੇ ਵੀ ਬਾਹ ਖੜੀ ਕਰਕੇ ਕਿਹਾ ਹੋਵੇ ਕਿ ਇਸ ਚੀਜ਼ ਦੀ ਜਿਹੜੀ ਆ ਉਹ ਮਾਫੀ ਮੰਗਣੀ ਚਾਹੀਦੀ ਆ ਜਾਂ ਇਸ ਚੀਜ਼ ਦਾ ਅਫਸੋਸ ਜ਼ਾਹਿਰ ਕਰਨਾ ਚਾਹੀਦਾ। ਔਰ ਇਹ ਇੱਕ ਵਾਰ ਨਹੀਂ, ਜਦ ਵੀ ਹੁਣ ਤੱਕ ਦੇ ਪਾਰਲੀਮੈਂਟ ਸੈਸ਼ਨ ਹੁੰਦੇ, ਹਰ ਸਾਲ, ਹਰ 6 ਮਹੀਨੇ ਬਾਅਦ ਤੇ ਪੂਰਾ ਮਹੀਨਾ ਇਹ ਚੀਜ਼ ਕਰਨੀ ਚਾਹੀਦੀ ਸੀ। ਪਰ ਅਫਸੋਸ ਕਿ ਇਹਨਾਂ ਨੇ ਉਹ ਚੀਜ਼ ਨਹੀਂ ਕੀਤੀ। ਇਸ ਕਰਕੇ ਨਹੀਂ ਕੀਤੀ ਕਿਉਂਕਿ ਉਹ ਇਹਨਾਂ ਨੇ ਆਪਣੀਆਂ ਜਿਹੜੀਆਂ ਸਰਕਾਰ ਹੁੰਦੀ ਆ, ਜਿਹੜੀ ਸਟੇਟ ਹੁੰਦੀ ਆ, ਉਹ ਆਪਣੇ ਜਿਹੜੇ ਲੋਕ ਨੇ ਉਹਨਾਂ ਦੇ ਕੀਤੇ ਹੋਏ ਜ਼ੁਲਮਾਂ ਦੇ ਉੱਤੇ ਪਰਦਾ ਪਾਉਣ ਵਾਸਤੇ ਅਜਿਹਾ ਹੀ ਕਰਦੀ ਹੈਗੀ ਆ। ਉਹਨੇ ਅਜਿਹਾ ਹੀ ਕਰਨਾ ਹੁੰਦਾ। ਪਰ ਜਿਹੜੀ ਵਿਕਟਮ ਧਿਰ ਹੈਗੀ ਆ, ਉਹ ਕਿਸ ਤਰ੍ਹਾਂ ਦੇ ਨਾਲ ਵਿਚਰਦੀ ਆ, ਉਹ ਕਿਸ ਤਰ੍ਹਾਂ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਵਿਹਾਰ ਕਰਦੀ ਆ, ਜਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਰਨਾ ਚਾਹੀਦਾ, ਕਿਹੜੇ ਕਟਹਿਰੇ 'ਚ ਖੜਾ ਕਰਨਾ ਚਾਹੀਦਾ, ਸਵਾਲ ਤਾਂ ਇੱਥੇ ਖੜਾ ਹੁੰਦਾ। ਸਵਾਲ ਇਹ ਨਹੀਂ ਕਿ ਇਹਨਾਂ ਅਦਾਲਤਾਂ ਤੋਂ ਤੁਸੀਂ ਕੋਈ ਉਮੀਦ ਲਾ ਕੇ ਬੈਠ ਜਾਈਏ। ਸਵਾਲ ਇਹ ਨਹੀਂ ਕਿ ਇਹਨਾਂ ਦੇ ਤੁਸੀਂ ਜਿਨ੍ਹਾਂ ਦੇ ਸਾਰੇ ਸਬੂਤ ਹੁੰਦੇ ਆ ਉਹਨਾਂ ਨੂੰ ਇਹ ਫਾਂਸੀਆਂ ਤੇ ਟੰਗ ਦਿੰਦੇ ਨੇ। ਕਿਤੇ ਸਾਰੇ ਸਬੂਤ ਜਿਹੜੇ ਨੇ ਇਹਨਾਂ ਦੀ ਜੁਡੀਸ਼ਰੀ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈਗਾ। ਤੁਸੀਂ ਸਾਰੇ ਸਬੂਤ ਵੀ ਕਿਉਂ ਨਾ ਦੇ ਦਿੰਦੇ, ਸਾਰਾ ਕੁਝ ਪੇਸ਼ ਵੀ ਨਾ ਕਿਉਂ ਕਰ ਦਿੰਦੇ ਹੈਗੇ। ਲੇਕਿਨ ਇਸ ਦੇ ਬਾਵਜੂਦ ਵੀ ਉਸ ਦੇਸ਼ ਦੇ ਵਿੱਚ ਉੱਥੋਂ ਦੀ ਜੁਡੀਸ਼ਰੀ ਦੇ ਉੱਤੋਂ ਕੋਈ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਹੈਗੀ, ਸਿਵਾਏ ਇੱਕ ਜੱਜ ਦੇ, ਕਿ ਉਸ ਦਾ ਵੀ ਰਾਤੋਂ ਰਾਤ ਰੋਸਟਰ ਜਿਹੜਾ ਸੀਗਾ ਉਹ ਬਦਲ ਦਿੱਤਾ ਗਿਆ। ਨਹੀਂ ਤੇ ਉੱਥੇ ਹੀ ਉਸ ਭਾਰਤ ਦਾ ਹਾਈ ਕੋਰਟ ਤੇ ਸੁਪਰੀਮ ਕੋਰਟ ਉਹਦੇ ਨੱਕ ਹੇਠੇ ਸਾਰਾ ਕੁਝ ਹੋਇਆ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ
ਇਹਨਾਂ ਦੇ ਉੱਥੇ ਜਿਹੜੇ ਉਸ ਟਾਈਮ ਦੇ ਉੱਤੇ ਜਾਂ ਉਸ ਤੋਂ ਬਾਅਦ ਵਾਲੇ ਜਿਹੜੇ ਉੱਥੇ ਜਸਟਿਸ, ਚੀਫ ਜਸਟਿਸ ਜਿਹੜੇ ਉੱਥੇ ਬੈਠੇ ਨੇ, ਜਾਂ ਉੱਥੋਂ ਦੇ ਸੰਵਿਧਾਨ ਨੂੰ ਮੱਥੇ ਟੇਕਣ ਵਾਲੇ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਉਹ ਅੱਜ ਇਹ ਗੱਲ ਕਹਿੰਦੇ ਨੇ ਕਿ ਸਾਡਾ ਸੰਵਿਧਾਨ ਤੇ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹ ਬਹੁਤ ਜਿਹੜੀ ਆ ਸਭ ਤੋਂ ਦੁਨੀਆ ਦੇ ਵਿੱਚ ਵਧੀਆ ਹੈਗੀ ਆ। ਸੋ ਜਿਹੜੇ ਲੋਕ ਇਹ ਚੀਜ਼ ਮਹਿਸੂਸ ਕਰਦੇ ਨੇ, ਮੰਨਦੇ ਨੇ ਇਸ ਚੀਜ਼ ਨੂੰ, ਉਹ ਲੋਕ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣ ਕਿ ਜਿਸ ਕੌਮ ਦੇ ਵਿੱਚ ਕਿਸੇ ਦੂਸਰੀ ਕੌਮ ਦੇ ਵਾਸਤੇ ਨਸਲਕੁਸ਼ੀ ਕਰਨ ਦਾ ਮਾਦਾ ਹੋਵੇ ਤੇ ਉਹ ਮਾਦਾ ਕਦੀ ਉਹਨਾਂ ਦਾ ਮਰਦਾ ਨਹੀਂ, ਉਹ ਹਮੇਸ਼ਾ ਜਿੰਦਾ ਰਹਿੰਦਾ, ਭਾਵ ਕਿ ਉਹ ਕਿਸੇ ਵੀ ਟਾਈਮ ਦੇ ਉੱਤੇ ਉਹ ਪ੍ਰਗਟ ਜਿਹੜਾ ਹੋ ਸਕਦਾ ਹੁੰਦਾ। ਸੋ ਇਸ ਕਰਕੇ ਇਹ ਗੱਲ ਹਮੇਸ਼ਾ ਸਾਨੂੰ ਆਪਣੇ ਜ਼ਿਹਨ 'ਚ ਰੱਖਣੀ ਚਾਹੀਦੀ ਆ, ਆਪਣੇ ਦਿਮਾਗ 'ਚ ਰੱਖਣੀ ਚਾਹੀਦੀ ਹੈਗੀ ਆ। ਜੇ ਤੁਸੀਂ ਇਹੀ ਸੋਚੋ ਕਿ ਇਹ ਭਾਈਚਾਰਾ ਨਿਭਾਉਣਾ, ਤੇ ਭਾਈਚਾਰਾ ਉਸ ਟਾਈਮ ਦੇ ਉੱਤੇ ਪੰਜਾਬ 'ਚ ਨਿਭਾਇਆ ਗਿਆ ਸੀਗਾ ਕਿ ਉਸ ਟਾਈਮ ਤੇ ਦਿੱਲੀ ਕਤਲੇਆਮ ਜੋ ਕੁਝ ਹੋਇਆ ਕਿ ਪੰਜਾਬ 'ਚ ਬਾਅਦ ਵਿੱਚ ਹਫ਼ਤੇ ਬਾਅਦ ਕਿਸੇ ਹਿੰਦੂ ਨੂੰ ਜਾਂ ਸਮੂਹਿਕ ਸਿੱਖਾਂ ਨੇ ਇਕੱਠੇ ਹੋ ਕੇ ਕਿਤੇ ਹਿੰਦੂਆਂ ਦੇ ਉੱਤੇ ਕੋਈ ਅਟੈਕ ਕੀਤਾ? ਪੰਜਾਬ ਦੇ ਵਿੱਚ ਕਿਸੇ ਹਿੰਦੂ ਨੂੰ ਮਾਰਿਆ ਗਿਆ? ਕਿਸੇ ਜਗ੍ਹਾ ਦੇ ਉੱਤੇ ਜਾ ਕੇ ਕੋਈ ਕਿਸੇ ਕਿਸਮ ਦਾ ਇਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਕਤਲੇਆਮ ਕਰਨ ਦੀ ਸੋਚੀ ਵੀ ਗਈ? ਕਰਨਾ ਤੇ ਬਹੁਤ ਦੂਰ ਦੀ ਗੱਲ, ਕਿਉਂਕਿ ਇਸ ਕਰਕੇ ਕਿ ਸਿੱਖਾਂ ਦੇ ਵਿੱਚ ਨਸਲਕੁਸ਼ੀ ਦਾ ਮਾਦਾ ਹੀ ਨਹੀਂ ਹੈ। ਜੇ ਕੋਈ ਬੰਦਾ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰੇ ਵੀ, 2 4 5 ਬੰਦੇ ਕਦੀ ਕੋਈ ਇਸ ਚੀਜ਼ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਨੂੰ ਫਿੱਟ ਲਾਹਨਤਾਂ ਪਾ ਦਿੰਦੀ ਆ, ਕੌਮ ਹੀ ਪਾ ਦਿੰਦੀ ਆ। ਦੂਸਰੀ ਕੌਮ ਨੇ ਤਾਂ ਕੀ ਪਾਉਣਾ, ਉਹਨੂੰ ਆਪਣੀ ਕੌਮ ਹੀ ਫਿੱਟ ਲਾਹਨਤਾਂ ਪਾ ਦਿੰਦੀ ਆ ਕਿ ਸਾਡੇ ਗੁਰੂ ਸਾਹਿਬ ਦੇ ਅਨੁਸਾਰ ਤੁਸੀਂ ਕਿਸੇ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜ਼ੁਲਮ ਨਹੀਂ ਕਰ ਸਕਦੇ। ਪਰ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਅੱਜ ਵੀ ਜਿਹੜਾ ਹੈ ਉਹਨਾਂ ਦੇ ਮਨ ਦੇ ਵਿੱਚ ਕੋਈ ਅਫਸੋਸ ਨਹੀਂ, ਉਹਨਾਂ ਦੇ ਮਨ ਦੇ ਵਿੱਚ ਕੋਈ ਰਹਿਮ ਨਹੀਂ, ਉਹਨਾਂ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਇਸ ਚੀਜ਼ ਦਾ ਹੋਏ ਬੀਤੇ ਦਾ ਕੋਈ ਇੰਨਾ ਕੁ ਜਿੰਨਾ ਵੀ ਜਿਹੜਾ ਹੈ ਉਹ ਫਰਕ ਨਹੀਂ ਆਇਆ ਉਸ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿੱਖਾਂ ਵਾਸਤੇ ਨਾ ਭੁੱਲਣਯੋਗ ਨੇ ਨਾ ਬਖਸ਼ਣਯੋਗ ਨੇ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਆ। ਮੈਂ ਫੇਰ ਰਿਪੀਟ ਕਰ ਰਿਹਾ, ਨਾ ਭੁੱਲਣਯੋਗ ਨੇ ਤੇ ਨਾ ਬਖਸ਼ਣਯੋਗ ਨੇ। ਬਖਸ਼ਣ ਦਾ ਭਾਵ ਕਿ ਇਹ ਬਖਸ਼ਣਯੋਗ ਹੈ ਨਹੀਂ। ਇਹ ਜੋ ਇਹਨਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਤੇ ਉਹ ਲਗਾਤਾਰ ਅੱਜ ਵੀ ਜਾਰੀ ਨੇ। ਆਪਾਂ ਲਗਾਤਾਰ ਖਾਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਕੱਲ ਤੋਂ ਜਿਹੜਾ ਹੈ ਇਹ ਆਪਾਂ ਲੜੀ ਜਿਹੜੀ ਹੈ ਉਹ ਤੋਰਾਂਗੇ। ਇਹਦੇ ਵਿੱਚ ਅਸੀਂ ਰੋਜ਼ ਕੁਝ ਹਿੱਸਾ ਜਿਹੜਾ ਉਹ ਛੂਹਿਆ ਕਰਾਂਗੇ। ਖਾਸ ਤੌਰ ਤੇ ਇਸ ਮਹੀਨੇ ਦੇ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਇਹਦੀ ਸਾਰੀ ਡਿਟੇਲ ਨੂੰ ਖੰਗਾਲਣ ਵਾਸਤੇ। ਖੁੱਲ੍ਹਾ ਸੱਦਾ ਪ੍ਰੋਗਰਾਮ 'ਚ ਅਸੀਂ ਕਰੰਟ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ, ਪਰ ਅੱਜ 1 ਨਵੰਬਰ ਸੀ ਤੇ ਮੈਂ ਅੱਜ ਇਸ ਦੇ ਉੱਤੇ ਜਿਹੜੀ ਗੱਲਬਾਤ ਤੁਹਾਡੇ ਨਾਲ ਕੀਤੀ। ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਇਨਪੁਟ ਪਾਉਣੀ ਚਾਹੁੰਦੇ ਹੋ ਤਾਂ 905 872 5259 ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਮੈਨੂੰ ਇੱਥੇ ਅੱਜ ਸਮਾਂ ਸਮਾਪਤੀ ਹੋ ਗਿਆ ਜੀ। ਪ੍ਰੋਗਰਾਮ ਜਿਹੜਾ ਹੈ ਉਹ ਸਮਾਪਤ ਕਰਨ ਦੀ ਇਜਾਜ਼ਤ ਦਿਓ। ਕੱਲ ਆਪਾਂ ਦੁਬਾਰਾ 6 ਵਜੇ ਟੋਰਾਂਟੋ ਸਮੇਂ ਮੁਤਾਬਕ ਤੁਹਾਡੇ ਨਾਲ ਫੇਰ ਲਾਈਵ ਪ੍ਰੋਗਰਾਮ ਵਿੱਚ ਹਾਜ਼ਰ ਹੋਵਾਂਗੇ। ਸੋ ਭੈ ਕਾਹੂ ਕੋ ਦੇਤ ਨਾ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।